ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ। ਪੰਜਾਬ ਸਕਸੈਸ ਮੰਤਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬੱਚੇ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਮਹਿਕਮਿਆਂ ਦੀਆਂ ਜਿਹੜੀਆਂ ਭਰਤੀਆਂ ਨਿਕਲੀਆਂ ਹੋਈਆਂ ਸੀ। ਪਿਛਲੇ 3 ਮਹੀਨੇ ਧੜਾ-ਧੜ ਸਾਡੇ ਪੇਪਰ ਹੋਏ ਨੇ। ਅਗਲੇ 2 ਮਹੀਨੇ ਸਾਡੇ ਬਹੁਤ ਬਿਜ਼ੀ ਰਹਿਣ ਵਾਲੇ ਨੇ। ਸਾਡੇ ਕਾਫੀ ਜ਼ਰੂਰੀ ਐਗਜ਼ਾਮ ਜਿਹੜੇ ਵੱਡੇ ਡਿਪਾਰਟਮੈਂਟ ਨੇ ਉਹਨਾਂ ਦੇ ਐਗਜ਼ਾਮ ਅਗਲੇ 1.5-2 ਮਹੀਨਿਆਂ 'ਚ ਹੋਣ ਵਾਲੇ ਨੇ। ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਸਾਡਾ ਪੇਪਰ ਕੈਂਸਲ ਹੋਇਆ ਸੀ, ਉਹ ਦੁਬਾਰੇ ਹੋਣਾ। PSPCL ਦੀਆਂ ਭਰਤੀਆਂ ਨਿਕਲੀਆਂ ਸੀ, ਉਹ ਐਗਜ਼ਾਮ ਸਾਡਾ ਹੋਣ ਵਾਲਾ ਨਵੰਬਰ ਮਹੀਨੇ ਦੇ ਵਿੱਚ। ਇਸ ਤੋਂ ਬਿਨਾਂ ਪੰਚਾਇਤ ਸੈਕਟਰੀ ਆ ਰਿਹਾ ਹੈ, ਕੋਆਪਰੇਟਿਵ ਇੰਸਪੈਕਟਰ ਦੀਆਂ ਪੋਸਟਾਂ ਆ ਰਹੀਆਂ ਨੇ, ਨੈਬ ਤਹਿਸੀਲਦਾਰ ਦੀ ਡੇਟ ਆਉਣੀ ਆ। ਤਾਂ ਮਤਲਬ ਅਗਲਾ ਸਮਾਂ ਸਾਡਾ ਕਾਫੀ ਬਿਜ਼ੀ ਰਹਿਣ ਵਾਲਾ ਹੈ। ਵਿਦਿਆਰਥੀ ਇੱਕ ਗੱਲ ਬਾਰ-ਬਾਰ ਪੁੱਛ ਰਹੇ ਸੀ, ਦੇਖੋ ਸਬ ਇੰਸਪੈਕਟਰ ਦੀ ਹਾਲੇ ਡੇਟ ਨਹੀਂ ਅਨਾਉਂਸ ਹੋਈ, ਨੈਬ ਤਹਿਸੀਲਦਾਰ ਵੀ ਡੇਟ ਨਹੀਂ ਅਨਾਉਂਸ ਹੋਈ। ਜਦੋਂ ਵੀ ਅਨਾਉਂਸ ਹੋਗੀ ਉਦੋਂ ਥੋੜੇ ਕਮਰ ਕੱਸੇ ਕਰ ਰਹੇ ਜਾਣਗੇ। ਅੱਜ ਦੀ ਤਰੀਕ ਦੇ ਵਿੱਚ ਗੱਲ ਕਰੀਏ ਤਾਂ PSPCL ਦੇ ਐਗਜ਼ਾਮ ਦੀ ਸਾਡੀ ਡੇਟ ਅਨਾਉਂਸ ਹੋ ਚੁੱਕੀ ਆ। ਪੂਰਾ ਕਾਊਂਟਡਾਊਨ ਸ਼ੁਰੂ ਹੋਇਆ ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ 3 ਮਹੀਨਿਆਂ 'ਚ ਸਾਡੇ ਪੇਪਰ ਹੋਏ ਨੇ, ਪਟਵਾਰੀ ਦਾ ਪ੍ਰੀਲਿਮਸ ਤੇ ਮੇਨਸ ਹੋਇਆ। ਸਬ ਇੰਸਪੈਕਟਰ ਦਾ ਪੇਪਰ ਵੀ ਹੋਇਆ ਸੀ, ਹਾਲਾਂਕਿ ਉਹ ਕੈਂਸਲ ਹੋ ਗਿਆ। ਕਾਂਸਟੇਬਲ, ਹੈੱਡ ਕਾਂਸਟੇਬਲ ਹੋ ਗਿਆ, ਕੋਆਪਰੇਟਿਵ ਇੰਸਪੈਕਟਰ, ਜੇਲ੍ਹ ਵਾਰਡਰ, ਸਾਡੇ ਕਾਫੀ ਐਗਜ਼ਾਮ ਹੋ ਗਏ। ਉਹਦੇ ਵਿੱਚ ਮੈਥ ਦੇ ਵਿੱਚ ਸਪੈਸੀਫਿਕਲੀ ਬੱਚਿਆਂ ਦਾ ਜੋ ਤਜਰਬਾ ਰਹੇਗਾ, ਉਹਨੂੰ ਲੈ ਕੇ ਵਿਦਿਆਰਥੀ ਲਗਾਤਾਰ ਗੱਲ ਕਰ ਰਹੇ ਸੀ ਕਿ ਯਾਰ ਅਗਲੇ ਸਮੇਂ 'ਚ ਜਿਹੜੇ ਸਾਡੇ ਐਗਜ਼ਾਮ ਨੇ, ਖਾਸ ਕਰਕੇ PSPCL ਦਾ ਐਗਜ਼ਾਮ, ਉਹਦੇ ਵਿੱਚ ਮੈਥ ਵਾਲਾ ਪੋਰਸ਼ਨ ਘੱਟੋ ਘੱਟ ਕਿਵੇਂ ਇੰਪਰੂਵ ਕੀਤਾ ਜਾਵੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਿਕਲੀ ਗੱਲ ਵੀ ਇਹਦੇ ਬਾਰੇ ਕਰਨ ਲੱਗਿਆ ਕਿ ਸਾਡਾ ਜਿਹੜਾ PSPCL ਦਾ ਐਗਜ਼ਾਮ ਆਉਣਾ ਉਹਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਮੈਥ ਦੇ ਪੋਰਸ਼ਨ ਦੇ ਵਿੱਚ ਜਿਹੜਾ ਸਾਡਾ ਪਿਛਲੇ ਸਮਿਆਂ ਦਾ ਤਜਰਬਾ ਹੈ ਉਹਦੇ ਵਿੱਚ ਜੋ ਸਾਡੀਆਂ ਘਾਟਾਂ ਰਹੀਆਂ ਨੇਗੀਆਂ, ਜੋ ਸਾਡੀਆਂ ਕਮੀਆਂ ਰਹੀਆਂ ਨੇ, ਅਸੀਂ ਉਹਨਾਂ ਕਮੀਆਂ ਨੂੰ ਪੂਰਾ ਕਰੀਏ ਤੇ ਥੋੜਾ ਜਿਹਾ ਚੰਗਾ ਸਕੋਰ ਕਰ ਸਕੀਏ। ਤਾਂ ਚੰਗਾ ਸਕੋਰ ਕਰਨ ਦੇ ਲਈ ਆਪਣਾ ਪਹਿਲਾਂ ਪੇਪਰ ਦਾ ਪੈਟਰਨ ਥੋੜਾ ਜਿਹਾ ਦੇਖ ਲੈਂਦੇ ਹਾਂ ਕਿ ਪੇਪਰ ਦੇ ਵਿੱਚ ਆਪਾਂ 2-2 ਹੱਥ ਕਰਨੇ ਕਿਹੜੀ ਚੀਜ਼ ਨਾਲ ਨੇ, ਫਿਰ ਆਪਾਂ ਉਹਦੇ ਲਈ ਕੀ ਤਿਆਰੀ ਕਰਨੀ, ਆਪਾਂ ਥੋੜਾ ਜਿਹਾ ਇਸ ਬਾਰੇ ਡਿਸਕਸ ਕਰ ਲੈਂਦੇ ਹਾਂ। ਤਾਂ ਬੱਚੇ ਜਿਹੜਾ ਸਾਡਾ PSPCL ਦਾ ਐਗਜ਼ਾਮ ਤੈਅ ਹੋਇਆ, ਉਹਦੀ ਡੇਟ ਆ ਚੁੱਕੀ ਹੈ ਕਿ 8 ਤੋਂ ਲੈ ਕੇ 18 ਨਵੰਬਰ ਤੱਕ, ਅਗਲੇ ਮਹੀਨੇ 8 ਤੋਂ 18 ਨਵੰਬਰ ਤੱਕ ਦੀ ਡੇਟ ਸ਼ੀਟ ਆਈ ਹੋਈ ਹੈ ਉਹਨਾਂ ਦੀ। ਕਲਰਕ ਦੇ ਪੇਪਰ ਸਾਡੇ ਪਹਿਲੇ ਦਿਨਾਂ ਦੇ ਵਿੱਚ 8 ਤੋਂ ਹੀ ਸਟਾਰਟ ਹੋ ਰਹੇ ਨੇ, ਵਿੱਚ ਫਿਰ ਕਿਤੇ ਲੈਂਡਮੈਨ ਦਾ ਪੇਪਰ ਹੈ, ਕਿਤੇ ਸਾਡਾ JEE ਦਾ ਪੇਪਰ, ਅਦਰਵਾਈਜ਼ ਕਲਰਕ ਦੇ ਪੇਪਰ ਲਗਾਤਾਰ ਕਾਫੀ ਦਿਨ ਚੱਲਣੇ ਨੇ। ਤਾਂ 8 ਤੋਂ 18 ਨਵੰਬਰ ਦੇ ਵਿੱਚ ਜੇ ਆਪਾਂ 8 ਤਰੀਕ ਹੀ ਮੰਨ ਕੇ ਚੱਲੀਏ ਤਾਂ ਅੱਜ 19 ਅਕਤੂਬਰ ਹੋ ਗਈ, ਕੁਝ 20 ਦਿਨ ਰਹਿ ਗਏ, 31 ਦਾ ਮਹੀਨਾ ਹੈਗਾ। ਤਾਂ 20 ਦਿਨਾਂ ਦੇ ਵਿੱਚ ਆਪਾਂ PSPCL ਦੇ ਪੇਪਰ ਦੇ ਵਿੱਚ ਖਾਸ ਕਰਕੇ ਕੁਆਂਟ ਸੈਕਸ਼ਨ ਚੰਗੀ ਤਰ੍ਹਾਂ ਅਟੈਂਪਟ ਕਰਨ ਦੇ ਲਈ, ਚੰਗੇ ਨੰਬਰ ਲੈਣ ਦੇ ਲਈ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹਦੀ ਗੱਲ ਕਰਦੇ ਹਾਂ। ਤਾਂ ਉਸ ਤੋਂ ਪਹਿਲਾਂ ਆਪਾਂ ਦੇਖੀਏ ਕਿ ਪੇਪਰ ਦਾ ਪੈਟਰਨ ਕੀ ਰਹਿਣਾ। ਸਾਡਾ ਪੇਪਰ ਦਾ ਪੈਟਰਨ ਬੱਚੇ ਰਹਿਣਾ ਕਿ ਸਾਡਾ 100 ਕੁਐਸਚਨਸ ਦਾ ਪੇਪਰ ਹੈ। ਉਹਨਾਂ 100 ਦੇ ਵਿੱਚੋਂ 20 ਕੁਐਸਚਨ ਸਾਡੇ ਸਟੈਟਿਕ GK ਦੇ ਨੇ, ਜਿਹਦੇ ਵਿੱਚ ਜਨਰਲ ਸਟੱਡੀਜ਼ ਵੀ ਆ ਜਾਂਦੀ ਹੈ, GK ਵੀ ਆ ਜਾਂਦੀ ਹੈ, ਪੰਜਾਬ ਦੀ GK ਆ ਜਾਂਦੀ ਹੈ, ਕਰੰਟ ਅਫੇਅਰ ਆ ਜਾਂਦਾ ਹੈ। ਕੰਪਿਊਟਰ ਸਾਡਾ 10 ਨੰਬਰ ਦਾ, 25 ਨੰਬਰ ਦਾ ਸਾਡਾ ਰੀਜ਼ਨਿੰਗ ਤੇ 25 ਦਾ ਹੀ ਸਾਡਾ ਕੁਆਂਟ ਹੈ ਤੇ 20 ਨੰਬਰ ਦੀ ਸਾਡੀ ਇੰਗਲਿਸ਼ ਹੈ। ਇਸ ਪੇਪਰ ਦੇ ਵਿੱਚ ਸਾਡੀ ਪੰਜਾਬੀ ਨਹੀਂ ਆਉਣੀ ਹੈਗੀ, ਮਾੜੀ ਗੱਲ ਆ। ਖੈਰ ਚਲੋ, ਕੁਆਂਟ ਤੇ ਰੀਜ਼ਨਿੰਗ ਦੋਨੇ 25-25 ਨੰਬਰ ਦੇ ਨੇ। ਤਾਂ ਆਪਾਂ ਉਹਦੇ ਵਿੱਚੋਂ ਕੁਆਂਟ ਦਾ ਜਿਹੜਾ ਸਾਡਾ ਨੂਮੈਰੀਕਲ ਐਬਿਲਿਟੀ ਦਾ, ਨੂਮੈਰੀਕਲ ਐਪਟੀਟਿਊਡ ਦਾ ਸੈਕਸ਼ਨ ਹੈ, ਉਹਦੇ 25 ਨੰਬਰਾਂ ਨਾਲ ਕਿਵੇਂ 2-2 ਹੱਥ ਕਰਨੇ, ਥੋੜੀ ਜਿਹੀ ਅੱਜ ਦੀ ਕਲਾਸ ਦੇ ਵਿੱਚ ਉਹਦੇ ਬਾਰੇ ਗੱਲ ਕਰਦੇ ਆ। ਤਾਂ ਬੱਚੇ ਤੁਸੀਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਕੁਆਂਟਸ ਦਾ ਜਿਹੜਾ ਸਾਡਾ ਸਿਲੇਬਸ ਰਹਿਣ ਵਾਲਾ ਹੈਗਾ, ਇਸ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਜਿੰਨੇ ਕੁ ਪੇਪਰ ਦੇ ਲਏ ਉਹਨਾਂ ਦੇ ਵਿੱਚ ਵੀ ਕੁਆਂਟਸ ਦਾ ਜਿਹੜਾ ਸਾਡਾ ਸਿਲੇਬਸ ਸੀ ਮੋਟੇ ਰੂਪ 'ਚ ਉਹੀ ਸਿਲੇਬਸ ਆ। ਐਪਟੀਟਿਊਡ ਐਗਜ਼ਾਮਸ ਦੇ ਵਿੱਚ ਚਾਹੇ ਕੁਆਂਟਸ ਦੀ ਗੱਲ ਕਰ ਲਓ, ਰੀਜ਼ਨਿੰਗ ਜਾਂ ਇੰਗਲਿਸ਼ ਜਾਂ ਪੰਜਾਬੀ ਦੀ ਗੱਲ ਕਰ ਲਓ, ਕੰਪਿਊਟਰ ਦੀ ਗੱਲ ਕਰ ਲਓ, ਸਿਲੇਬਸ ਆਲਮੋਸਟ 19-21 ਦੇ ਫਰਕ ਤੇ ਸੇਮ ਹੀ ਹੁੰਦਾ ਹੈਗਾ। ਕੋਈ ਐਕਸਟਰਾ ਐਗਜ਼ਾਮ ਐਕਸਟਰਾ ਸਬਜੈਕਟ ਜ਼ਰੂਰ ਐਡ ਹੋ ਜਾਂਦਾ ਹੈ, ਜਿਵੇਂ ਐਕਸਾਈਜ਼ ਦੇ ਪੇਪਰ 'ਚ ਸਾਡਾ ਟੈਕਸੇਸ਼ਨ ਤੇ ਇੰਡਸਟਰੀਅਲ ਪ੍ਰਮੋਸ਼ਨਸ ਐਂਡ ਡਿਵੈਲਪਮੈਂਟ ਆ ਗਿਆ ਸੀ, ਤਾਂ ਐਕਸਟਰਾ ਕੋਈ ਸਬਜੈਕਟ ਆ ਸਕਦਾ। ਅਦਰਵਾਈਜ਼ ਸਾਡਾ ਜਿਹੜੇ ਐਪਟੀਟਿਊਡ ਦੇ ਸਬਜੈਕਟ ਨੇ ਉਹਨਾਂ ਦਾ ਸਿਲੇਬਸ ਸੇਮ ਹੀ ਹੁੰਦਾ ਹੈ। ਤਾਂ ਕੁਆਂਟਸ ਦਾ ਬੱਚੇ ਸਾਡਾ ਸਿਲੇਬਸ ਹੈ ਜਿਹੜਾ, ਉਹਦੇ ਵਿੱਚ ਸਾਰਾ ਨੰਬਰ ਸਿਸਟਮ ਆ ਜਾਊਗਾ। ਨੰਬਰ ਸਿਸਟਮ ਦੇ ਨਾਲ ਸਿੰਪਲੀਫਿਕੇਸ਼ਨ, ਜਿਹੜੇ ਸਾਡੇ ਬੋਰਡ ਮਾਸ ਦੇ ਕੈਲਕੂਲੇਸ਼ਨ ਦੇ ਸਵਾਲ ਆ ਜਾਣਗੇ। ਇਸ ਤੋਂ ਬਿਨਾਂ ਪਰਸੈਂਟ ਰੇਸ਼ੀਓ ਦੇ ਸਾਡੇ ਚੈਪਟਰ ਆ ਜਾਣਗੇ। ਪਰਸੈਂਟ ਰੇਸ਼ੀਓ ਤੋਂ ਬਾਅਦ ਜਿਹੜਾ ਆਪਣਾ ਕੱਲਾ ਚੈਪਟਰ ਹੈ, ਨੋਟੀਫਿਕੇਸ਼ਨ ਦੇ ਵਿੱਚ ਤਾਂ 4 ਕੁ ਚੈਪਟਰ ਲਿਖ ਕੇ ਇਹ ਸਾਰ ਦਿੰਦੇ ਨੇ, ਅਦਰਵਾਈਜ਼ ਜਿਹੜਾ ਸਾਡਾ ਕੱਲਾ ਚੈਪਟਰ ਹੈ, ਟਾਈਮ ਸਪੀਡ ਡਿਸਟੈਂਸ, ਟਾਈਮ ਐਂਡ ਵਰਕ ਦੇ ਨਾਲ ਪਾਈਪ ਸਿਸਟਮ, ਚੇਨ ਰੂਲ ਆ ਜਾਂਦੇ ਨੇ। ਮੈਂਸੂਰੇਸ਼ਨ 2 ਤਰ੍ਹਾਂ ਦੀ ਹੁੰਦੀ ਹੈ, ਮੈਂਸੂਰੇਸ਼ਨ 2D ਵੀ ਹੁੰਦੀ ਹੈ, ਮੈਂਸੂਰੇਸ਼ਨ 3D ਵੀ ਹੁੰਦੀ ਹੈ। ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ। ਇਸ ਤੋਂ ਬਿਨਾਂ ਮੈਨੂੰ ਲੱਗਦਾ ਇੱਥੇ ਏਜਿਸ ਤੇ ਪਾਰਟਨਰਸ਼ਿਪ ਨਹੀਂ ਲਿਖਿਆ ਹੋਇਆ, ਏਜਿਸ ਦਾ ਚੈਪਟਰ, ਪਾਰਟਨਰਸ਼ਿਪ, ਮਿਕਸਚਰ ਐਲੀਗੇਸ਼ਨ ਵੀ ਨਹੀਂ ਸ਼ਾਇਦ ਲਿਖਿਆ ਹੋਇਆ, ਮਿਕਸਚਰ ਐਲੀਗੇਸ਼ਨ ਦਾ ਚੈਪਟਰ। ਤਾਂ ਮਤਲਬ ਜਿਹੜੇ ਆ ਸਾਡੇ ਇੱਕ ਕਰਕੇ ਸਾਰੇ ਕੁਆਂਟਸ ਦੇ ਚੈਪਟਰ ਨੇ, ਇਹ ਸਾਡਾ ਸਿਲੇਬਸ ਦਾ ਹਿੱਸਾ ਹੈ। ਪਹਿਲਾ ਵਹਿਮ ਤਾਂ ਮੈਂ ਤੁਹਾਡਾ ਇਹ ਦੂਰ ਕਰਦਾ ਕਿ ਯਾਰ ਆਮ ਤੌਰ ਤੇ ਵਿਦਿਆਰਥੀਆਂ ਨੇ ਸਾਡੇ ਕੋਲੋਂ ਬਹੁਤ ਵਾਰ ਪੁੱਛਿਆ ਹੈਗਾ, ਆਪਸ 'ਚ ਵੀ ਗੱਲ ਕਰਦੇ ਨੇ, ਜਦੋਂ ਵੀ ਕਿਸੇ ਐਗਜ਼ਾਮ ਦੀ ਨੋਟੀਫਿਕੇਸ਼ਨ ਆਉਂਦੀ ਹੈ, ਨੋਟੀਫਿਕੇਸ਼ਨ ਦੇ ਵਿੱਚ ਕੋਈ ਜਦੋਂ ਸਿਲੇਬਸ ਪੜ੍ਹਦੇ ਆ ਆਪਾਂ, ਉਹਨਾਂ ਨੇ ਕੋਈ 8-10 ਚੈਪਟਰ ਵੈਸੇ ਰੈਂਡਮਲੀ ਲਿਖੇ ਹੁੰਦੇ ਨੇ ਤੇ ਬੱਚਿਆਂ 'ਚ ਭੁਲੇਖਾ ਪੈ ਜਾਂਦਾ ਕਿ 8-10 ਲਿਖਿਆ, ਇਹੀ 8-10 ਚੋਂ ਪੁੱਛਿਆ ਜਾਊਗਾ। ਤਾਂ ਇਹ ਕਦੇ ਨਹੀਂ ਹੁੰਦਾ। ਤੁਸੀਂ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਵੀ ਦੇਖ ਲਿਆ, ਕਾਂਸਟੇਬਲ ਦੇ ਪੇਪਰ 'ਚ ਵੀ ਦੇਖ ਲਿਆ,
ਨੋਟੀਫਿਕੇਸ਼ਨ ਦੇ ਵਿੱਚ ਕੋਈ 8-10 ਟੌਪਿਕ ਲਿਖੇ ਜਾਂਦੇ ਨੇ, ਪਰ 8-10 ਨਹੀਂ ਆਉਂਦੇ, ਸਾਰੇ ਦਾ ਸਾਰਾ ਜਿਹੜਾ ਸਾਡਾ ਕੁਆਂਟਸ ਦਾ ਸਿਲੇਬਸ ਹੈ। ਆਪਾਂ ਗੱਲ ਕਰ ਰਹੇ ਹਾਂ ਕਿ ਮਿਕਸਚਰ ਐਲੀਗੇਸ਼ਨ ਇੱਥੇ ਨਹੀਂ ਲਿਖਿਆ, ਏਜਿਸ ਨਹੀਂ ਲਿਖਿਆ, ਪਾਰਟਨਰਸ਼ਿਪ ਨਹੀਂ ਲਿਖਿਆ, ਪਰ ਉਹ ਸਾਡੇ ਸਿਲੇਬਸ ਦਾ ਹਿੱਸਾ ਹੈ, ਉਹਦੇ ਵਿੱਚੋਂ ਵੀ ਕੁਐਸਚਨਸ ਆ ਸਕਦੇ ਨੇ। ਤਾਂ ਇਸ ਕਰਕੇ ਆਪਾਂ ਸਿਲੇਬਸ ਤੇ ਕਿਵੇਂ ਨਜ਼ਰ ਮਾਰਨੀ, ਸਿਲੇਬਸ ਨੂੰ ਕਿਵੇਂ ਕਵਰ ਕਰਨਾ ਹੈਗਾ, ਸਿਲੇਬਸ ਦੇ ਆਲੇ ਦੁਆਲੇ ਕਿਹੜੀਆਂ ਚੀਜ਼ਾਂ ਕਵਰ ਕਰਨੀਆਂ ਨੇ, ਸਿਲੇਬਸ ਕਵਰ ਕਰਨ ਤੋਂ ਬਾਅਦ ਆਪਣਾ ਮਤਲਬ ਅਗਲਾ ਫੋਕਸ ਕਾਹਦੇ ਤੇ ਹੋਣਾ ਚਾਹੀਦਾ ਕਿ ਪੇਪਰ ਤੱਕ ਆਪਣਾ ਕੋਈ ਗੈਪ ਨਾ ਪਵੇ, ਤਾਂ ਉਹਨੂੰ ਦੇਖ ਕੇ ਆਪਾਂ ਉਹਨੂੰ ਧਿਆਨ 'ਚ ਰੱਖ ਕੇ ਗੱਲ ਕਰਦੇ ਹਾਂ। ਤਾਂ ਬੱਚੇ ਸਭ ਤੋਂ ਪਹਿਲਾਂ ਤੁਸੀਂ ਸਿਲੇਬਸ ਤਾਂ ਦੇਖੋ ਕਰਨਾ ਹੀ ਹੈ। ਸਿਲੇਬਸ ਦੇ ਵਿੱਚ ਮੈਂ ਜੇ ਚੈਪਟਰਸ ਦੀ ਗੱਲ ਕਰੀਏ ਤਾਂ ਪਰਸੈਂਟੇਜ ਦਾ ਚੈਪਟਰ ਆ ਗਿਆ ਤੁਹਾਡਾ, ਰੇਸ਼ੀਓ ਦਾ ਚੈਪਟਰ ਆ ਗਿਆ। ਇਸ ਤੋਂ ਬਿਨਾ ਇੱਕ ਇੱਕ ਕਰਕੇ ਜਿਹੜੇ ਸਾਰੇ ਤੁਹਾਡੇ ਚੈਪਟਰ ਨੇ, ਚਾਹੇ ਉਹ ਸਿੰਪਲ ਇੰਟਰਸਟ ਹੈ, ਚਾਹੇ ਉਹ ਕੰਪਾਊਂਡ ਇੰਟਰਸਟ ਹੈ, ਪ੍ਰੋਫਿਟ ਲਾਸ ਹੈ, ਟਾਈਮ ਸਪੀਡ ਡਿਸਟੈਂਸ ਹੈ, ਟਾਈਮ ਐਂਡ ਵਰਕ ਹੈ, ਪਾਈਪ ਸਿਸਟਮ ਹੈ, ਦੋਵੇਂ ਤਰ੍ਹਾਂ ਦੀ ਮੈਂਸੂਰੇਸ਼ਨ ਹੈ, ਮੈਂਸੂਰੇਸ਼ਨ 2D ਹੈ, ਮੈਂਸੂਰੇਸ਼ਨ 3D ਹੈ, ਇਹ ਤਾਂ ਤੁਹਾਡੇ ਕੁਆਂਟਸ ਦੇ ਚੈਪਟਰ ਹੈਗੇ ਨੇ। ਤਾਂ ਇਹ ਤਾਂ ਬੱਚੇ ਇੱਕ ਇੱਕ ਕਰਕੇ ਸਾਰੇ ਚੈਪਟਰ ਕਰਨੇ ਹੀ ਨੇ। ਇਸ ਤੋਂ ਬਿਨਾ ਨੰਬਰ ਸਿਸਟਮ ਆ ਜਾਂਦਾ ਸਾਡਾ। ਨੰਬਰ ਸਿਸਟਮ ਆਪਣੇ ਆਪ 'ਚ ਕੋਈ ਇੱਕ ਟੌਪਿਕ ਨਹੀਂ ਹੈਗਾ, ਨੰਬਰ ਸਿਸਟਮ ਦੇ ਵਿੱਚ ਫਰਦਰ ਤੁਹਾਡਾ LCM HCF ਵੀ ਆ ਗਿਆ। ਮਤਲਬ ਜੇ ਆਪਾਂ ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਪੇਪਰਾਂ ਦਾ ਹਿਸਾਬ ਇਹ ਹੈ ਕਿ ਨੰਬਰ ਸਿਸਟਮ ਦੇ ਵਿੱਚ ਜਿੰਨਾ ਕੁਝ ਕਵਰ ਹੋ ਜਾਂਦਾ, ਨੰਬਰ ਸਿਸਟਮ ਦੇ ਵਿੱਚ ਜਿੰਨੇ ਸਾਡੇ ਟੌਪਿਕਸ ਨੇ ਉਹਨਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਚਾਰ ਚਾਰ ਸਵਾਲ ਪੱਕਾ ਹੀ ਪੁੱਛਣੇ ਨੇ, ਕੁਛ ਮਰਜ਼ੀ ਹੋ ਜੇ। ਤਾਂ ਨੰਬਰ ਸਿਸਟਮ ਦੇ ਵਿੱਚ ਤੁਹਾਡਾ LCM HCF ਵੀ ਆ ਜਾਊਗਾ, ਯੂਨਿਟ ਡਿਜਿਟ ਵੀ ਆ ਜਾਊਗਾ, ਰਿਮਾਈਂਡਰਸ ਵੀ ਆ ਜਾਣਗੇ। ਇਸ ਤੋਂ ਬਿਨਾ ਐਲਜੈਬਰਾ ਵੀ ਆ ਜਾਊਗਾ, ਐਲਜੈਬਰਿਕ ਐਕਸਪ੍ਰੈਸ਼ਨ ਨੇ ਜਿਹੜੇ ਤੁਹਾਡੇ, ਤਾਂ ਐਲਜੈਬਰਿਕ ਐਕਸਪ੍ਰੈਸ਼ਨ ਦੇ ਸਵਾਲ ਵੀ a² - b² ਲੱਗ ਜਾਂਦਾ ਹੈ। ਪਟਵਾਰੀ ਦੇ ਪ੍ਰੀਲਿਮਸ ਦੇ ਵਿੱਚ ਸਾਰਿਆਂ ਨੇ ਹੱਥ ਖੜੇ ਕਰਤੇ ਸੀਗੇ, ਸਿੰਪਲ ਜਿਹਾ ਸਵਾਲ ਆਇਆ ਸੀਗਾ। ਤਾਂ ਉਹ ਐਲਜੈਬਰਿਕ ਐਕਸਪ੍ਰੈਸ਼ਨ ਵੀ ਬੇਸਿਕਲੀ ਤੁਸੀਂ ਨੰਬਰ ਸਿਸਟਮ ਦੇ ਵਿੱਚ ਕਵਰ ਕਰਕੇ ਮੰਨੋ। ਤਾਂ ਇਹ ਜਿਹੜੇ ਨੰਬਰ ਸਿਸਟਮ ਦੇ ਆਲੇ ਦੁਆਲੇ ਸਾਡੇ ਟੌਪਿਕਸ ਨੇ, ਇਹ ਵੀ ਚੰਗੀ ਤਰ੍ਹਾਂ ਕਵਰ ਕਰਨੇ ਨੇ। ਤਾਂ ਸਾਡਾ ਪਹਿਲਾ ਮੁੱਖ ਕੰਮ ਇਹ ਹੈ ਕਿ ਯਾਰ ਸਿਲੇਬਸ ਨੂੰ ਲੈ ਕੇ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ, ਸਿਲੇਬਸ ਅਸੀਂ ਕਰਨਾ ਹੀ ਕਰਨਾ ਹੈ। ਮਤਲਬ ਆਪਾਂ ਇਹ ਨਹੀਂ ਗੱਲ ਕਰ ਰਹੇ ਕਿ ਜੇ ਅੱਜ ਆਪਾਂ 19 ਅਕਤੂਬਰ ਨੂੰ ਖੜ ਕੇ ਗੱਲ ਕਰਦੇ ਤੇ 20 ਦਿਨ ਬਾਅਦ ਸਾਡਾ ਪੇਪਰ ਹੈ ਤੇ ਅੱਜ ਤੋਂ ਅਸੀਂ ਸਿਲੇਬਸ ਕਰਨ ਬਹਿ ਜਾਾਂਗੇ। ਆਪਾਂ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਗੱਲ ਕਰਦੇ ਕਿ ਸਾਡੇ ਕੋਲ ਨੋਟੀਫਿਕੇਸ਼ਨ ਤੋਂ ਬਾਅਦ ਇੱਕ ਲੰਬਾ ਸਮਾਂ ਹੈਗਾ ਸੀਗਾ। ਨੋਟੀਫਿਕੇਸ਼ਨ ਵੀ ਚਾਹੇ ਲੇਟ ਆਈ ਹੈਗੀ, ਉਸ ਤੋਂ ਪਹਿਲਾਂ ਦੇ ਅਸੀਂ ਪਟਵਾਰੀ ਦਾ ਪੇਪਰ ਦਿੱਤਾ, ਅਸੀਂ ਸਬ ਇੰਸਪੈਕਟਰ ਦਿੱਤਾ, ਕਾਂਸਟੇਬਲ ਦਿੱਤਾ, ਹੈੱਡ ਕਾਂਸਟੇਬਲ, ਕੋਆਪਰੇਟਿਵ ਇੰਸਪੈਕਟਰ, ਜੇਲ੍ਹ ਵਾਰਡਰ, ਮਤਲਬ ਆਪਾਂ ਐਕਸਾਈਜ਼ ਦਾ ਪੇਪਰ ਦਿੱਤਾ। ਤਾਂ ਉੱਥੇ ਵੀ ਇਹੀ ਸਿਲੇਬਸ ਸੀਗਾ, ਇਹੀ ਸਾਡੀ ਤਿਆਰੀ ਚੱਲਦੀ ਸੀ। ਤਾਂ ਅਸੀਂ ਜਦੋਂ ਦੇ ਵੀ ਇਹ ਤਿਆਰੀ ਕਰ ਰਹੇ ਹਾਂ ਤਾਂ ਸਿਲੇਬਸ ਕੰਪਲੀਟ ਕਰਨਾ ਸਾਡੀ ਪਹਿਲੀ ਸ਼ਰਤ ਹੈਗੀ। ਤਾਂ ਤੁਸੀਂ ਮਾੜੀ ਜੀ ਆਪਣੇ ਆਪ ਤੇ ਨਿਗਾਹ ਜੀ ਮਾਰੋ ਵੀ ਮੋਟੇ ਰੂਪ 'ਚ ਅਸੀਂ ਸਿਲੇਬਸ ਕਰੀ ਬੈਠੇ ਹਾਂ ਕਿ ਸਿਲੇਬਸ ਵਾਲੇ ਪਾਸੇ ਵੀ ਸਾਡੇ ਭਾਂਡੇ ਖਾਲੀ ਨੇ। ਤਾਂ ਇਹ ਥੋੜਾ ਜਿਹਾ ਚੰਗੀ ਤਰ੍ਹਾਂ ਨਜ਼ਰ ਮਾਰੋ ਵੀ ਸਿਲੇਬਸ ਘੱਟੋ ਘੱਟ ਸਾਡਾ ਪੂਰਾ ਹੋਣਾ ਚਾਹੀਦਾ। ਦੂਜੀ ਗੱਲ ਹੈ ਜਿਹੜੀ ਆ ਸਿਲੇਬਸ ਦੇ ਵਿੱਚ ਮੈਂ ਐਡੀ ਸਲਾਈਡ ਖਾਲੀ ਕਰ ਲਿਆ, ਇਕੱਲਾ ਸਿਲੇਬਸ ਲਿਖਣ ਲਈ ਖਾਲੀ ਨਹੀਂ ਕਰਕੇ ਲੈ ਕੇ ਆਇਆ। ਦੂਜੀ ਜਿਹੜੀ ਜ਼ਰੂਰੀ ਚੀਜ਼ ਹੈ ਮੇਰੇ ਖਿਆਲ 'ਚ, ਸਿਲੇਬਸ ਤੋਂ ਵੱਧ ਜ਼ਰੂਰੀ ਨਹੀਂ ਤਾਂ ਸਿਲੇਬਸ ਤੋਂ ਘੱਟ ਜ਼ਰੂਰੀ ਵੀ ਨਹੀਂ, ਸਿਲੇਬਸ ਦੇ ਬਰਾਬਰ ਜ਼ਰੂਰੀ ਚੀਜ਼ ਹੈ ਕਿ ਆਮ ਤੌਰ ਤੇ ਕੀ ਹੁੰਦਾ, ਮਤਲਬ ਤੁਸੀਂ ਇਹ ਵੀਡੀਓ ਦੇਖਦੇ ਹੋਏ ਵੀ ਅੰਦਾਜ਼ਾ ਲਾ ਸਕਦੇ ਹੋ। ਕਾਫੀ ਬੱਚਿਆਂ ਦਾ ਇਹ ਤਜਰਬਾ ਸੀਗਾ ਕਿ ਸਰ ਪੇਪਰ ਦੇ ਵਿੱਚ, ਕਿਸੇ ਮਰਜ਼ੀ ਪੇਪਰ, ਜਿਹੜੇ ਪਿਛਲੇ 4 ਮਹੀਨਿਆਂ 'ਚ ਤੁਸੀਂ ਕੋਈ ਵੀ ਪੇਪਰ ਦਿੱਤਾ ਹੈ, ਕਿ ਸਰ ਪੇਪਰ ਦੇ ਵਿੱਚ ਮੈਥ ਹੋਇਆ ਨਹੀਂ ਪਰ ਘਰੇ ਆ ਕੇ ਦੇਖਿਆ ਸਾਰੇ ਸਵਾਲ ਆਉਂਦੇ ਸੀ। ਪੇਪਰ 'ਚ ਜੀ ਸਿਰਫ 6 ਅਟੈਂਪਟ ਹੋਏ ਪਰ ਘਰੇ ਆ ਕੇ ਦੇਖਿਆ ਚੰਗੀ ਤਰ੍ਹਾਂ ਆਉਂਦੇ ਸੀ। ਜਾਂ ਸਰ ਤਿਆਰੀ ਤਾਂ ਵਧੀਆ ਕਰਕੇ ਗਏ ਸੀ, ਪੇਪਰ 'ਚ ਜਾ ਕੇ ਬਲੈਂਕ ਹੋ ਗਏ, ਪੇਪਰ 'ਚ ਜਾ ਕੇ ਸਪੀਡ ਸਲੋ ਹੋ ਗਈ। ਮੈਂ ਆ ਜਿਹੜੇ ਲਾਂਭੇ ਆ ਰਹੇ ਨੇਗੇ, ਬੇਸਿਕਲੀ ਸਪੀਡ ਸਲੋ ਹੋ ਜਾਣੀ, ਪੇਪਰ 'ਚ ਜਾ ਕੇ ਬਲੈਂਕ ਹੋ ਜਾਣਾ, ਮਤਲਬ ਇਹਦੇ ਹੋਰ 150 ਕਾਰਨ ਹੋ ਸਕਦੇ ਨੇ, ਪਰ ਇੱਕ ਵੱਡਾ ਕਾਰਨ ਇਹਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਸਿਲੇਬਸ ਸਾਰਾ ਕਰ ਲੈਂਦੇ ਆ ਪਰ ਸਿਲੇਬਸ ਦੇ ਨਾਲ ਨਾਲ ਅਸੀਂ ਕੈਲਕੂਲੇਸ਼ਨ ਤੇ ਧਿਆਨ ਨਹੀਂ ਦਿੰਦੇ। ਜਿੰਨਾ ਧਿਆਨ ਅਸੀਂ ਸਿਲੇਬਸ ਤੇ ਦਿੱਤਾ ਹੁੰਦਾ ਹੈ ਉਨਾ ਧਿਆਨ ਅਸੀਂ ਕੈਲਕੂਲੇਸ਼ਨ ਤੇ ਨਹੀਂ ਦਿੱਤਾ ਹੁੰਦਾ। ਤਾਂ ਕੈਲਕੂਲੇਸ਼ਨ ਵੀਕ ਹੋਣ ਕਰਕੇ ਪੇਪਰ 'ਚ ਜਾ ਕੇ ਸਾਡੇ ਭਾਂਡੇ ਖਿੱਲਰਦੇ ਹੀ ਖਿੱਲਰਦੇ ਨੇ। ਤਾਂ ਜਿਹੜੇ ਵਿਦਿਆਰਥੀਆਂ ਨਾਲ ਇਹ ਹੁੰਦਾ ਹੈਗਾ ਕਿ ਸਰ ਸਿਲੇਬਸ ਤਾਂ ਸਾਰਾ ਤਿਆਰ ਸੀ, ਚੈਪਟਰ ਕੱਲਾ ਕੱਲਾ ਹੁੰਦਾ ਸੀਗਾ, ਇੱਧਰ ਉੱਧਰ ਵੀ ਨਿਗਾਹ ਮਾਰੀ ਹੋਈ ਸੀ, ਪਰ ਪੇਪਰ 'ਚ ਜਾ ਕੇ ਫੇਰ ਅਸੀਂ ਜਾਂ ਤਾਂ ਪੈਨਿਕ ਹੋਏ ਜਾਂ ਵੈਸੇ ਸਾਡੀ ਸਪੀਡ ਬਹੁਤ ਜ਼ਿਆਦਾ ਸਲੋ ਹੋਈ ਕਿ ਸਿਰਫ 6-7 ਅਟੈਂਪਟ ਹੋਏ। ਉਹ ਇਸ ਕਰਕੇ ਕਿ ਬੱਚੇ ਅਸੀਂ ਕੈਲਕੂਲੇਸ਼ਨ ਤੇ ਕੰਮ ਨਹੀਂ ਕੀਤਾ। ਅੱਜ ਕੱਲ ਪੇਪਰਾਂ ਦੇ ਵਿੱਚ DI ਪੁੱਛ ਰਹੇ ਨੇ, DI ਦੇ ਵਿੱਚ ਹੁਣ ਜਿਹੜਾ ਮਰਜ਼ੀ ਤੁਹਾਨੂੰ ਡਾਟਾ ਟੇਬਲ, ਬਾਰ ਗ੍ਰਾਫ, ਲਾਈਨ ਚਾਰਟ, ਪਾਈ ਚਾਰਟ ਕੁਝ ਵੀ ਬਣਾ ਕੇ ਦੇ ਦਈਏ, ਉਹਦੇ ਵਿੱਚ ਫਰਦਰ ਜਿਹੜਾ ਇੱਕ ਕੁਐਸਚਨ ਆਉਣਾ, ਕੁਐਸਚਨ ਆ ਜਾਊਗਾ ਜੀ ਇਹਦੇ ਨਾਲ ਪਰਸੈਂਟੇਜ ਕੱਢੋ। ਹੁਣ ਸਾਨੂੰ ਟੇਬਲ ਚੰਗੀ ਤਰ੍ਹਾਂ ਪੜ੍ਹਨਾ ਆਉਂਦਾ, ਡਾਟਾ ਟੇਬਲ ਸਾਨੂੰ ਚੰਗੀ ਤਰ੍ਹਾਂ ਪੜ੍ਹਨਾ ਆਉਂਦਾ। ਅਸੀਂ ਦੇਖ ਲਿਆ ਕਿ ਭਾਈ ਐਗਜ਼ਾਮੀਨਰ ਕਿਹਦੇ ਨਾਲ ਪਰਸੈਂਟੇਜ ਕੱਢਣ ਨੂੰ ਕਹਿ ਰਿਹਾ। ਹੁਣ ਯਾਰ ਜੇ ਸਾਡੀ ਕੈਲਕੂਲੇਸ਼ਨ ਵੀਕ ਹੋਊਗੀ, ਅਸੀਂ ਸਵਾਹ ਪਰਸੈਂਟੇਜ ਕੱਢ ਲਾਂਗੇ। ਤਾਂ ਬੇਸਿਕਲੀ ਸਾਡਾ ਮਸਲਾ ਕਈ ਸਵਾਲਾਂ ਦੇ ਵਿੱਚ ਕੈਲਕੂਲੇਸ਼ਨ ਤੇ ਆ ਕੇ ਰੁਕ ਜਾਂਦਾ ਹੈ। ਕੈਲਕੂਲੇਸ਼ਨ ਨੇ ਸਿਰਫ ਤੁਹਾਡੇ ਸਵਾਲ ਨਹੀਂ ਹੱਲ ਕਰਾਉਣੇ, ਕੈਲਕੂਲੇਸ਼ਨ ਨੇ ਓਵਰਆਲ ਤੁਹਾਨੂੰ ਤੇਜ਼ ਕਰਨਾ, ਤੁਹਾਨੂੰ ਸ਼ਾਰਪ ਕਰਨਾ। ਮੈਂ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਸਕਦੇ ਹੋਗੇ, ਮੈਂ ਤੁਹਾਡੇ ਆਲੇ ਦੁਆਲੇ ਕੋਈ ਇੱਕ ਅੱਧਾ ਵਿਦਿਆਰਥੀ ਤੁਹਾਡਾ ਕੋਈ ਸਟੂਡੈਂਟ ਇਹੋ ਜਿਹਾ ਹੋਊਗਾ ਜਿਹਦੀ ਕੈਲਕੂਲੇਸ਼ਨ ਬਹੁਤ ਚੰਗੀ ਹੁੰਦੀ ਹੈ।
ਮੁਕਾਬਲਤਨ ਖਾਸੀ ਚੰਗੀ ਕੈਲਕੂਲੇਸ਼ਨ ਕਰੀ ਫਿਰਦਾ ਹੁੰਦਾ ਵਿਦਿਆਰਥੀ, ਤਾਂ ਤੁਸੀਂ ਨਿਗਾਹ ਮਾਰੋ, ਅਬਜ਼ਰਵ ਕਰੋ, ਉਹ ਓਵਰਆਲ ਵੀ ਫਾਸਟ ਹੁੰਦਾ, ਓਵਰਆਲ ਸ਼ਾਰਪ ਹੁੰਦਾ, ਉਹ ਪੇਪਰ ਜ਼ਿਆਦਾ ਚੰਗੇ ਤਰੀਕੇ ਨਾਲ ਕਰ ਲੈਂਦਾ, ਉਹਦੇ ਪੇਪਰ ਦੇ ਵਿੱਚ ਅਟੈਂਪਟ ਜ਼ਿਆਦਾ ਚੰਗੇ ਤਰੀਕੇ ਨਾਲ ਹੁੰਦੇ ਆ, ਉਹ ਸ਼ਾਰਪ ਹੁੰਦਾ, ਉਹ ਚੀਜ਼ਾਂ ਨੂੰ ਛੇਤੀ ਪੜ੍ਹਦਾ, ਛੇਤੀ ਯਾਦ ਕਰ ਲੈਂਦਾ, ਉਹ ਇੱਕ ਵਾਰ ਪੜ੍ਹ ਕੇ ਯਾਦ ਹੋ ਜਾਂਦੀ ਹੈ ਰਾਦਰ ਕਿ ਆਪਾਂ 3-3 ਵਾਰ ਪੜ੍ਹਦੇ ਹਾਂ ਫਿਰ ਜਾ ਕੇ ਯਾਦ ਹੁੰਦੀਆਂ ਨੇ। ਤਾਂ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਜਿਹੜੇ ਵਿਦਿਆਰਥੀ ਦੀ ਕੈਲਕੂਲੇਸ਼ਨ ਬਹੁਤ ਚੰਗੀ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਡੇ ਨਾਲੋਂ ਕੁਝ ਚੰਗਾ ਹੁੰਦਾ ਹੈ। ਤਾਂ ਇਸ ਕਰਕੇ ਕੈਲਕੂਲੇਸ਼ਨ ਸਾਡੀ ਸਿਰਫ ਸਵਾਲਾਂ ਨੂੰ ਹੱਲ ਨਹੀਂ ਕਰਾ ਰਹੀ, ਕੈਲਕੂਲੇਸ਼ਨ ਸਾਨੂੰ ਓਵਰਆਲ ਚੰਗਾ ਕਰ ਰਹੀ ਹੈ, ਓਵਰਆਲ ਇੰਪਰੂਵ ਕਰ ਰਹੀ ਹੈ, ਓਵਰਆਲ ਸਾਡੀ ਸਪੀਡ ਨੂੰ ਐਨਹਾਂਸ ਕਰ ਰਹੀ ਹੈ, ਕੈਲਕੂਲੇਸ਼ਨ ਸਾਡੀ ਮਤਲਬ ਐਕੂਰੇਸੀ ਨੂੰ ਇੰਪਰੂਵ ਕਰ ਰਹੀ ਆ। ਤਾਂ ਮਤਲਬ ਕੈਲਕੂਲੇਸ਼ਨ ਸਾਡੇ ਮਤਲਬ ਹਰ ਇੱਕ ਐਸਪੈਕਟ ਨੂੰ ਇੰਪਰੂਵ ਕਰ ਰਹੀ ਆ। ਤਾਂ ਇਸ ਕਰਕੇ ਕੈਲਕੂਲੇਸ਼ਨ ਨੂੰ ਇੰਨਾ ਅੰਡਰ ਐਸਟੀਮੇਟ ਨਾ ਕਰੀਏ ਕਿ ਸਿਰਫ ਸਾਡੇ ਪੇਪਰ ਦੇ ਵਿੱਚ ਸਵਾਲ ਹੱਲ ਹੋ ਜਾਣਗੇ ਕਿ ਅਸੀਂ ਆਖਰੀ ਸਟੈਪ 'ਚ ਜਿਹੜੀ ਕੈਲਕੂਲੇਸ਼ਨ ਕਰਨੀ ਆ ਉਹ ਚੰਗੀ ਹੋ ਜੂ। ਕੈਲਕੂਲੇਸ਼ਨ ਸਾਨੂੰ ਥੋੜਾ ਜਿਹਾ ਓਵਰਆਲ ਫਾਸਟ ਕਰਦੀ ਹੈ। ਕੈਲਕੂਲੇਸ਼ਨ ਚੰਗੀ ਹੋਣ ਤੋਂ ਬਾਅਦ ਯਾਰ ਤੁਸੀਂ ਨਿਗਾਹ ਮਾਰ ਲਓ, ਜਿਹੜੇ ਸਟੂਡੈਂਟ ਦੀ ਕੈਲਕੂਲੇਸ਼ਨ ਚੰਗੀ ਹੈ ਉਹਦੀਆਂ ਰੀਡਿੰਗ ਸਕਿੱਲਸ ਵੀ ਚੰਗੀਆਂ ਹੁੰਦੀਆਂ ਨੇ। ਤਾਂ ਮਤਲਬ ਬੇਸਿਕਲੀ ਇਹ ਸਾਰੀ ਦੀ ਸਾਰੀ ਜਿਹੜੀ ਡਿਲੀਵਰੀ ਹੈ ਤੁਹਾਡੀ ਪੇਪਰ ਕਰਨ ਦੀ, ਉਹਦੇ ਵਿੱਚ ਕੈਲਕੂਲੇਸ਼ਨ ਠੀਕ ਠਾਕ ਰੋਲ ਪਲੇ ਕਰਦੀ ਹੈ। ਤਾਂ ਇਸ ਕਰਕੇ ਕੈਲਕੂਲੇਸ਼ਨ ਤੇ ਕੰਮ ਕਰਨਾ ਵੈਸੇ ਬਹੁਤ ਜ਼ਰੂਰੀ ਆ। ਤਾਂ ਮੈਂ ਆਮ ਤੌਰ ਤੇ ਆਪਣੇ ਸਟੂਡੈਂਟਸ ਨੂੰ ਹੁਣ ਤਾਂ ਜਿਵੇਂ ਆਪਣੇ ਪੇਪਰ ਦੇ 20 ਦਿਨ ਰਹਿ ਗਏ, ਕਾਊਂਟਡਾਊਨ ਸ਼ੁਰੂ ਹੋਇਆ ਹੋਇਆ, ਜਦੋਂ ਇਹੋ ਜਿਹਾ 20 ਦਿਨਾਂ ਵਾਲਾ ਰੋਲਾ ਨਹੀਂ ਹੁੰਦਾ ਸਾਡਾ, ਮੈਂ ਆਮ ਤੌਰ ਤੇ ਕਾਫੀ ਵਿਦਿਆਰਥੀ ਨੂੰ ਇਹ ਗੱਲ ਕਹੀ ਆ, ਯਾਰ ਅੰਗਰੇਜ਼ੀ ਵੀਕ ਹੁੰਦੀ ਆ, ਰੀਜ਼ਨਿੰਗ ਵੀ ਚਲੋ ਕਮਜ਼ੋਰ ਹੁੰਦੀ ਆ, ਕੰਪਿਊਟਰ ਯਾਦ ਨਹੀਂ ਹੁੰਦਾ ਜੀ ਸਿਲੇਬਸ, ਬਸ ਸਾਡੇ ਬਹੁਤ ਮਸਲੇ ਹੁੰਦੇ ਨੇ। ਮੈਥ ਦੇ ਵਿੱਚ ਆਮ ਤੌਰ ਤੇ ਵੀਕ ਵੂਕ ਤਾਂ ਕਹਿੰਦੇ ਹੀ ਨਹੀਂ ਵਿਦਿਆਰਥੀ, ਮੈਥ ਤੋਂ ਜੀ ਡਰ ਲੱਗਦਾ। ਮੈਂ ਮੈਥ ਨੂੰ ਲੈ ਕੇ ਮਤਲਬ ਮੇਰੇ ਕੋਲ ਸਟੂਡੈਂਟ ਬਹੁਤ ਆਮ ਤੌਰ ਤੇ ਹੁੰਦੇ ਵੀ ਸਰ ਡਰ ਹੀ ਲੱਗਦਾ ਹੈਗਾ, ਬਾਕੀ ਤਾਂ ਦੇਖ ਲਾਂਗੇ, ਮੈਥ ਜਮੀ ਨਹੀਂ, ਹੱਥ ਖੜੇ ਨੇ। ਤਾਂ ਮੈਂ ਕਾਫੀ ਵਿਦਿਆਰਥੀਆਂ ਨੂੰ ਇਹ ਸਲਾਹ ਵੀ ਦਿੱਤੀ ਹੈ, ਮਤਲਬ ਤੁਸੀਂ ਵੀ ਆਪ ਅਜਮਾ ਕੇ ਦੇਖ ਸਕਦੇ ਹੋ। ਖੈਰ ਹੁਣ ਤਾਂ 20 ਦਿਨ ਜਿਹੜੇ ਆਪਣੇ ਪੇਪਰ ਦੇ ਨੇ, ਪੇਪਰ ਨੂੰ ਧਿਆਨ 'ਚ ਰੱਖ ਕੇ ਦੇਖਾਂਗੇ। ਅਦਰਵਾਈਜ਼ ਵੀ ਜੇ ਕਿਸੇ ਵਿਦਿਆਰਥੀ ਦਾ ਬਾਹਲਾ ਹੀ ਮਤਲਬ 36 ਦਾ ਅੰਕੜਾ ਬਣਿਆ ਹੋਇਆ ਮੈਥ ਦੇ ਨਾਲ, ਬੱਚੇ ਅਸੀਂ ਸਿਲੇਬਸ ਜ਼ਿੰਦਗੀ 'ਚ ਫੇਰ ਕਦੇ ਜਾ ਕੇ ਕਰ ਲਾਂਗੇ। ਤੁਸੀਂ ਆਪਣਾ ਕੈਲਕੂਲੇਸ਼ਨ ਤੇ ਧਿਆਨ ਦਿਓ, ਤੁਸੀਂ ਕੈਲਕੂਲੇਸ਼ਨ ਚੰਗੀ ਤਰ੍ਹਾਂ ਕਰੋ, ਕੈਲਕੂਲੇਸ਼ਨ ਚੰਗੀ ਤਰ੍ਹਾਂ ਕਰੋ। ਫਿਰ ਜਿਹੜੇ ਆਪਣੇ ਆ ਦੋ ਇੰਪੋਰਟੈਂਟ ਚੈਪਟਰਸ ਨੇ, ਪਰਸੈਂਟੇਜ ਤੇ ਰੇਸ਼ੀਓ, ਪਰਸੈਂਟੇਜ ਤੇ ਰੇਸ਼ੀਓ ਦਾ ਬੇਸਿਕ ਚੰਗੀ ਤਰ੍ਹਾਂ ਕਰੋ। ਇਸ ਬੇਸਿਕ ਦੇ ਸਿਰ ਤੇ ਆਪਣਾ ਅੱਗੇ ਜਾ ਕੇ ਕੱਲਾ ਕੱਲਾ ਚੈਪਟਰ ਹੋਣਾ ਹੈਗਾ। ਤਾਂ ਸਿੰਪਲ ਦੇ, ਕੰਪਾਊਂਡ ਦੇ, ਪ੍ਰੋਫਿਟ ਲੋਸ ਦੇ ਜਿਹੜੇ ਆਪਣੇ ਕਨਸੈਪਟਸ ਨੇ ਉਹ ਆਪਾਂ ਕਨਸੈਪਟਸ ਕਰਦੇ ਜਾਵਾਂਗੇ, ਪਰ ਉਹਨਾਂ ਵਿੱਚ ਸਾਰੀ ਦੀ ਸਾਰੀ ਜਿਹੜੇ ਕੈਲਕੂਲੇਸ਼ਨ ਹੈ ਉਹ ਪਰਸੈਂਟ ਰੇਸ਼ੀਓ ਦੀ ਲੱਗਣੀ ਹੈ। ਨੰਬਰਾਂ ਦੀ ਜਿਹੜੀ ਸਾਰੀ ਕੈਲਕੂਲੇਸ਼ਨ ਹੈ ਉਹ ਇੱਥੇ ਆਪਾਂ ਕੈਲਕੂਲੇਸ਼ਨ ਇੰਪਰੂਵ ਕਰ ਲੈਣੀ ਹੈ। ਤਾਂ ਕੈਲਕੂਲੇਸ਼ਨ ਤੇ ਪਰਸੈਂਟ ਰੇਸ਼ੀਓ ਥੋੜਾ ਜਿਹਾ ਜ਼ਿਆਦਾ ਥੋਰੋਲੀ ਕਰਨ ਦੀ ਕੋਸ਼ਿਸ਼ ਕਰੋ। ਇਹਨਾਂ ਨੂੰ ਥੋਰੋਲੀ ਕਰਾਂਗੇ ਤਾਂ ਅੱਗੇ ਜਾ ਕੇ ਆਪਣੇ ਕੱਲੇ ਚੈਪਟਰ ਤੇ ਥੋੜੀ ਜਿਹੀ ਪਕੜ ਸੌਖੇ ਤਰੀਕੇ ਨਾਲ ਬਣ ਜੂਗੀ। ਫਿਰ ਨੰਬਰ ਸਿਸਟਮ ਦੇ ਵਿੱਚ ਜਿਹੜੇ ਆਪਣੇ ਟੌਪਿਕਸ ਨੇ, ਰਿਮਾਈਂਡਰਸ, ਯੂਨਿਟ ਡਿਜਿਟ ਵਾਲੇ, ਐਲਸੀਐਮ ਐਸਸੀਐਫ ਵਾਲੇ ਜਾਂ ਐਲਜੈਬਰਿਕ ਐਕਸਪ੍ਰੈਸ਼ਨ ਵਾਲੇ, ਇਹ ਇੱਕ ਦਿਨ ਦੇ ਵਿੱਚ ਤੁਸੀਂ 2-2 3-3 ਟੌਪਿਕਸ ਵੈਸੇ ਹੀ ਕਵਰ ਕਰ ਸਕਦੇ ਹੋ। ਮਤਲਬ ਇਹ ਤਾਂ ਮੈਂ ਇਹ ਕਹਿਣਾ ਕਿ ਯਾਰ ਜਿਹੜੇ ਵਿਦਿਆਰਥੀ ਨੇ ਅੱਜ ਤੱਕ ਝਾਕਿਆ ਵੀ ਨਹੀਂ ਇਹਨਾਂ ਵੱਲ, ਦੇਖਿਆ ਵੀ ਨਹੀਂ ਕਦੇ, ਉਹ ਵੀ ਇੱਕ ਦਿਨ 'ਚ ਘੱਟੋ ਘੱਟ 2 ਟੌਪਿਕ ਕਰ ਸਕਦਾ, ਅਗਲੇ ਦਿਨ ਆਹ 2 ਟੌਪਿਕ ਕਰ ਸਕਦਾ। ਤਾਂ 2-2 3-3 ਟੌਪਿਕ ਇੱਕ ਦਿਨ ਦੇ ਵਿੱਚ। ਰੈਸ਼ਨਲਾਈਜੇਸ਼ਨ ਅਲੱਗ ਟੌਪਿਕ ਹੈ, ਰੈਸ਼ਨਲਾਈਜੇਸ਼ਨ ਦੇ ਸਵਾਲ ਵੀ ਆ ਜਾਂਦੇ ਨੇ ਪੰਜਾਬ ਦੇ ਵਿੱਚ, ਫਰੈਕਸ਼ਨਸ ਦੇ ਸਵਾਲ ਵੀ ਨੰਬਰ ਸਿਸਟਮ ਦੇ ਵਿੱਚ ਕਵਰ ਹੋ ਜਾਂਦੇ ਨੇ, ਉਹ ਵੀ ਆ ਜਾਂਦੇ ਨੇ ਪੰਜਾਬ ਦੇ ਪੇਪਰਾਂ ਦੇ ਵਿੱਚ। ਤਾਂ ਇਹਦੇ ਵਿੱਚ ਨੰਬਰ ਸਿਸਟਮ 'ਚ ਜਿਹੜੇ ਸਾਡੇ 6-7 ਟੌਪਿਕਸ ਨੇ, ਉਹ ਜੇ ਤੁਸੀਂ ਅੱਜ ਤੱਕ ਉਹਨਾਂ ਵੱਲ ਦੇਖਿਆ ਵੀ ਨਹੀਂ ਹੈਗਾ, ਫਿਰ ਵੀ ਇੱਕ ਦਿਨ 'ਚ 2-2 3-3 ਟੌਪਿਕਸ ਕਵਰ ਕਰ ਸਕਦੇ ਹੋ। ਏਡੀ ਕੁ ਗੱਲ ਆ, ਕਰਨ ਵਾਲੇ ਬਣੋ ਮਾੜਾ ਜਿਹਾ। ਇਸ ਤੋਂ ਬਿਨਾਂ ਬਸ ਜਦੋਂ ਅਸੀਂ ਸਿਲੇਬਸ ਕਵਰ ਕਰ ਲਿਆ, ਸਿਲੇਬਸ ਦੇ ਵਿੱਚ ਮੈਂ ਬਾਰ-ਬਾਰ ਕੀ ਗੱਲ ਕਹਿ ਰਿਹਾ, ਕੈਲਕੂਲੇਸ਼ਨ ਸਾਡੀ ਚੰਗੀ ਹੋਣੀ ਚਾਹੀਦੀ ਆ। ਮੈਂ ਯਾਰ ਜੇ ਕੈਲਕੂਲੇਸ਼ਨ ਚੰਗੀ ਨਹੀਂ ਹੈਗੀ, ਤੁਸੀਂ ਇਹ ਤੇ ਜਿੰਨਾ ਮਰਜ਼ੀ ਰੱਟਾ ਮਾਰ ਲਓ, ਤੁਹਾਡਾ ਕੁਝ ਨਹੀਂ ਬਣਨ ਵਾਲਾ। ਕੈਲਕੂਲੇਸ਼ਨ ਸਾਡਾ ਸਭ ਕੁਝ ਤੈਅ ਕਰਦੀ ਆ। ਜਦੋਂ ਸਾਡੀ ਕੈਲਕੂਲੇਸ਼ਨ ਚੰਗੀ ਹੋ ਗਈ, ਸਿਲੇਬਸ ਸਾਡਾ ਕਵਰ ਹੋ ਗਿਆ, ਉਸ ਤੋਂ ਬਾਅਦ ਜਿਹੜੀਆਂ 2-3 ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਨੇ ਕਿ ਸਿਲੇਬਸ ਕਵਰ ਕਰਨ ਤੋਂ ਬਾਅਦ ਸਾਡੀ ਕੀ ਪ੍ਰੈਕਟਿਸ ਚੰਗੀ ਤਰ੍ਹਾਂ ਹੋ ਰਹੀ ਆ। ਬੱਚੇ ਪ੍ਰੈਕਟਿਸ ਕਰਨੀ ਕਾਫੀ ਜ਼ਰੂਰੀ ਆ। ਅਸੀਂ ਸਿਲੇਬਸ ਤਿਆਰ ਕਰ ਲਿਆ, ਸਿਲੇਬਸ ਨੂੰ ਤਿਆਰ ਕਰਕੇ ਅਸੀਂ ਮੋਢਿਆਂ ਤੇ ਨਹੀਂ ਟੰਗ ਲੈਣਾ, ਉਸ ਸਿਲੇਬਸ ਦੇ ਸਿਰ ਤੇ ਅਸੀਂ ਪ੍ਰੈਕਟਿਸ ਕਰਨੀ ਹੈ, ਥੋੜੀ ਵੱਧ ਪ੍ਰੈਕਟਿਸ ਕਰਨੀ ਆ। ਪ੍ਰੈਕਟਿਸ ਦੇ ਮਾਮਲੇ ਦੇ ਵਿੱਚ ਸਾਡਾ ਜਿਹੜਾ ਸਭ ਤੋਂ ਮੁੱਖ ਸਵਾਲ ਆ ਜਾਂਦਾ ਹੈ, ਸਰ ਕਿਹੜੀ ਕਿਤਾਬ ਤੋਂ ਪ੍ਰੈਕਟਿਸ ਕਰੀਏ, ਕਿਹੜੀ ਕਿਤਾਬ ਤੋਂ ਪ੍ਰੈਕਟਿਸ ਕਰੀਏ। ਬੱਚੇ ਕਿਤਾਬ ਦਾ ਯਾਰ ਮੋਟੇ ਰੂਪ 'ਚ ਕੋਈ ਮਸਲਾ ਹੀ ਨਹੀਂ ਹੈਗਾ। ਮਤਲਬ ਮੇਰਾ ਪਰਸਨਲ ਓਪੀਨੀਅਨ ਹੈ, ਮਤਲਬ ਮੈਨੂੰ ਨਹੀਂ ਪਤਾ ਅੰਗਰੇਜ਼ੀ ਵਾਲੇ ਟੀਚਰ ਸ਼ਾਇਦ ਮੇਰੀ ਗੱਲ ਸੁਣ ਕੇ ਗੁੱਸਾ ਹੀ ਕਰ ਜਾਣ, ਮੇਰਾ ਪਰਸਨਲ ਓਪੀਨੀਅਨ ਇਹ ਹੁੰਦਾ ਹੈ ਕਿ ਯਾਰ ਅੰਗਰੇਜ਼ੀ ਦੀ ਕੋਈ ਚੰਗੀ ਕਿਤਾਬ ਆਪਣੇ ਆਪ 'ਚ ਟੀਚਰ ਬਣ ਸਕਦੀ ਹੈ, ਸਾਨੂੰ ਕਿਸੇ ਟੀਚਰ ਦੀ ਲੋੜ ਨਹੀਂ ਪੈਂਦੀ। ਅੰਗਰੇਜ਼ੀ ਦੀ ਕੋਈ ਚੰਗੀ ਕਿਤਾਬ ਸਾਨੂੰ ਮਿਲ ਜੇ, ਉਹ ਆਪਣੇ ਆਪ 'ਚ ਸਾਨੂੰ ਪੜ੍ਹਾ ਦਿੰਦੀ ਹੈ। ਮੈਥ ਦੀ ਚੰਗੀ ਤੋਂ ਚੰਗੀ ਕਿਤਾਬ ਸਾਨੂੰ ਪੜ੍ਹਾ ਨਹੀਂ ਸਕਦੀ ਹੈਗੀ। ਮੈਥ ਦੇ ਵਿੱਚ ਸਾਨੂੰ ਦੇਖਣਾ ਹੀ ਪਊਗਾ ਕਿ ਸਾਡਾ ਟੀਚਰ ਸਾਨੂੰ ਕੀ ਦੱਸ ਰਿਹਾ, ਅਸੀਂ ਉਵੇਂ ਪ੍ਰੈਕਟਿਸ ਕਰਨੀ ਆ। ਅੰਗਰੇਜ਼ੀ ਦੇ ਵਿੱਚ ਅਸੀਂ ਰੂਲਸ ਯਾਦ ਕਰਨੇ ਆ,
ਹਿਸਟਰੀ 'ਚ ਅਸੀਂ ਥਿਉਰੀ ਯਾਦ ਕਰਨੀ ਹੈ, ਜਿਓਗ੍ਰਾਫੀ ਪੋਲਿਟੀ 'ਚ ਅਸੀਂ ਰੂਲਸ ਥਿਉਰੀਜ਼ ਯਾਦ ਕਰਨੀਆਂ ਨੇਗੀਆਂ, ਕੰਪਿਊਟਰ ਦਾ ਅਸੀਂ ਇੱਕ ਮੋਟਾ ਜਿਹਾ ਸਿਲੇਬਸ ਯਾਦ ਕਰਨਾ ਹੈਗਾ। ਤਾਂ ਉੱਥੇ ਚੀਜ਼ਾਂ ਸਿਰਫ ਯਾਦ ਕਰਨੀਆਂ ਨੇ ਤਾਂ ਸਾਨੂੰ ਥੋੜਾ ਜਿਹਾ ਕਿਤਾਬ ਤੋਂ ਹੀ ਹੈਲਪ ਮਿਲ ਜਾਂਦੀ ਹੈ ਤੇ ਅਸੀਂ ਟੀਚਰ ਤੋਂ ਬਿਨਾ ਸਾਰਨ ਵਾਲੇ ਬੱਚੇ ਸਾਰ ਲੈਂਦੇ ਹੁੰਦੇ ਨੇ। ਮੈਥ ਦੇ ਵਿੱਚ ਟੀਚਰ ਤੋਂ ਬਿਨਾ ਸਾਰਨਾ ਵੈਸੇ ਪ੍ਰੋਬਲਮ ਆ, ਤਾਂ ਇਸ ਕਰਕੇ ਟੀਚਰ ਜਿਹੜਾ ਵੀ ਤੁਹਾਡਾ ਹੈਗਾ ਉਹਨੇ ਜਿਵੇਂ ਵੀ ਤੁਹਾਨੂੰ ਗਾਈਡ ਕੀਤਾ, ਆਪਣੇ ਵਾਲੇ ਵਿਦਿਆਰਥੀ ਜੇ ਇੱਥੋਂ ਪੜ੍ਹੇ ਨੇ ਜਾਂ ਜਿੱਥੋਂ ਵੀ ਪੜ੍ਹੇ ਹੋ ਤੁਸੀਂ, ਜਿਹੜੇ ਵੀ ਵੀਡੀਓ ਦੇਖ ਰਹੇ ਹੋ, ਤਾਂ ਜਿੱਥੋਂ ਵੀ ਤੁਸੀਂ ਪੜ੍ਹੇ ਹੋ ਉੱਥੇ ਸਾਡਾ ਟੀਚਰ ਸਾਨੂੰ ਕਿਸੇ ਚੀਜ਼ ਨੂੰ ਕਿਵੇਂ ਸਮਝਾ ਰਿਹਾ ਹੈਗਾ ਉਹ ਬਹੁਤ ਇੰਪੋਰਟੈਂਟ ਆ। ਤਾਂ ਫਿਰ ਕਿਤਾਬ ਦੇ ਮਾਮਲੇ ਦੇ ਵਿੱਚ ਜਿਵੇਂ ਪੰਜਾਬ ਦੇ ਕੱਲੇ ਘਰ 'ਚ ਤੁਸੀਂ ਆਰ.ਐਸ. ਅਗਰਵਾਲ ਚੱਕੀ ਫਿਰਦੇ ਹੋ, ਜ਼ਰੂਰੀ ਨਹੀਂ ਕਿ ਆਰ.ਐਸ. ਅਗਰਵਾਲ ਤੋਂ ਚੱਕ ਲਓ, ਚਾਹੇ ਕੁੰਦਨ ਚੱਕ ਲਓ, ਰਾਕੇਸ਼ ਯਾਦਵ ਚੱਕ ਲਓ, ਰਾਜੇਸ਼ ਵਰਮਾ ਚੱਕ ਲਓ, ਅਰਿਹੰਤ ਚੱਕ ਲਓ, ਜਿਹੜੀ ਮਰਜ਼ੀ ਕਿਤਾਬ ਚੱਕ ਸਕਦੇ ਹੋ, ਐਮਟਾਰਾ ਚੱਕ ਸਕਦੇ ਹੋ, ਜਿਹੜੀ ਮਰਜ਼ੀ ਕਿਤਾਬ ਚੱਕ ਲਓ। ਕਿਤਾਬ ਨੇ ਕੁਆਂਟਸ ਦੀ ਵਿੱਚ ਗੱਲ ਕਰਦੇ ਆ, ਕਿਤਾਬ ਨੇ ਮੋਟੇ ਰੂਪ 'ਚ ਸਾਨੂੰ ਸਿਰਫ ਸਵਾਲ ਦੇਣੇ ਨੇ, ਮੈਂ ਕੁਐਸਚਨਾਂ ਦੀਆਂ ਬੋਰੀਆਂ ਭਰ ਕੇ ਦੇਣੀਆਂ ਨੇਗੀਆਂ, ਅਸੀਂ ਉਹਨਾਂ ਦੀ ਪ੍ਰੈਕਟਿਸ ਕਿਵੇਂ ਕਰਨੀ ਹੈ ਜਿਵੇਂ ਸਾਡੇ ਟੀਚਰ ਨੇ ਸਮਝਾਇਆ ਸਾਨੂੰ। ਤਾਂ ਇਸ ਕਰਕੇ ਟੀਚਰ ਕਿਸੇ ਵੀ ਚੀਜ਼ ਨੂੰ ਪੜ੍ਹਾ ਕਿਵੇਂ ਰਿਹਾ ਹੈ, ਉਹਦੇ ਟ੍ਰਿਕਸ ਕੀ ਦੱਸ ਰਿਹਾ ਹੈ, ਆਪਸ਼ਨ ਚੱਕਣੇ ਕਿਵੇਂ ਸਮਝਾ ਰਿਹਾ ਹੈਗਾ, ਤਾਂ ਟੀਚਰ ਉਹ ਜਿਹੜੀਆਂ ਚੀਜ਼ਾਂ ਸਮਝਾ ਰਿਹਾ ਹੈਗਾ ਉਹਨਾਂ ਚੀਜ਼ਾਂ ਨੂੰ ਅਸੀਂ ਕਿਸੇ ਵੀ ਕਿਤਾਬ 'ਚ ਜਦੋਂ ਪ੍ਰੈਕਟਿਸ ਕਰਦੇ ਹਾਂ ਤਾਂ ਉੱਥੇ ਉਹ ਚੀਜ਼ਾਂ ਲਾਗੂ ਕਰਨੀਆਂ ਨੇ, ਤਾਂ ਸਾਡੀ ਪ੍ਰੈਕਟਿਸ ਚੰਗੀ ਹੋਊਗੀ। ਤਾਂ ਸਿਰਫ ਸਿਲੇਬਸ ਕਵਰ ਕਰਨਾ ਕਦੇ ਵੀ ਸਫੀਸ਼ੀਐਂਟ ਨਹੀਂ ਹੁੰਦਾ, ਸਿਲੇਬਸ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰਨੀ। ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ ਤਾਂ ਆ ਤੀਜੇ ਨੰਬਰ ਤੇ ਜਿਹੜੀ ਚੀਜ਼ ਲਿਖੀ ਹੈ ਸਭ ਤੋਂ ਵੱਡਾ ਰੋਲ ਪਲੇ ਕਰਦੀ ਆ। ਪੰਜਾਬ ਦੇ ਵਿੱਚ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਜਿੰਨੇ ਸਾਡੇ ਕੁਐਸਚਨ ਆਏ ਨੇ, ਮਤਲਬ ਯਾਰ ਤੁਸੀਂ ਵੈਸੇ ਛੱਡੋ, ਆਪਾਂ ਇਹ ਕਰਦੇ ਆਂਗੇ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮ ਚੱਕ ਲੈਣੇ 2011-12 ਤੋਂ ਬਾਅਦ ਜਿਹੜੇ ਆ 9 ਸਾਲਾਂ ਦੇ ਵਿੱਚ ਪੇਪਰ ਹੋਏ ਨੇਗੇ, ਮੈਂ ਸਾਨੂੰ ਕੁਝ 50 ਪੇਪਰਾਂ ਦਾ ਆਈਡੀਆ ਮਿਲ ਜੂਗਾ ਕਿ 50 ਪੇਪਰ ਤਾਂ ਪਿਛਲੇ 9-10 ਸਾਲਾਂ 'ਚ ਹੋਏ ਨੇ। ਹੁਣ ਜਿਹੜਾ ਵੀ ਐਗਜ਼ਾਮ ਆਉਣਾ, ਮੈਂ ਕਿਸੇ ਲੰਘੇ ਹੋਏ ਐਗਜ਼ਾਮ ਦੀ ਗੱਲ ਨਹੀਂ ਕਰਦਾ, ਜਿਹੜਾ ਵੀ PSPCL ਦਾ ਐਗਜ਼ਾਮ ਆਉਣਾ ਹੈਗਾ ਆਪਾਂ PSPCL ਦੇ ਐਗਜ਼ਾਮ ਦਾ ਐਨਾਲਿਸਿਸ ਕਰ ਲਾਂਗੇ। ਕਾਫੀ ਕੁਐਸਚਨ ਪਿਛਲੇ ਸਾਲਾਂ ਦੇ ਐਗਜ਼ਾਮਸ ਦੇ ਵਿੱਚੋਂ ਡਿਟੋ ਆ ਜਾਂਦੇ ਨੇ। ਡਿਟੋ ਇਸ ਹੱਦ ਨਾਲ ਆਉਂਦੇ ਹੁੰਦੇ ਨੇ ਕਿ ਸਾਰੀ ਦੀ ਸਾਰੀ ਸਟੇਟਮੈਂਟ ਸੇਮ, ਸਾਰੀਆਂ ਫਿਗਰਸ ਸੇਮ, ਪਤੰਦਰ 4 ਦੇ 4 ਆਪਸ਼ਨ ਵੀ ਸੇਮ ਸੁੱਟ ਦਿੰਦੇ ਨੇ। ਤਾਂ ਮਤਲਬ ਇਸ ਹੱਦ ਤੱਕ ਡਿਟੋ ਕੁਐਸਚਨਸ ਚੱਕ ਕੇ ਪਾਏ ਜਾਂਦੇ ਨੇ। ਤਾਂ ਪੰਜਾਬ ਦੇ ਮਤਲਬ ਜਿਹੜੇ ਬੱਚਿਆਂ ਦਾ ਪੰਜਾਬ ਦੇ ਪੇਪਰਾਂ ਦੇ ਉੱਤੇ ਫੋਕਸ ਹੈ, ਉਹ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਛੱਡਣ ਵਾਲਾ ਰਿਸਕ ਲੈ ਹੀ ਨਹੀਂ ਸਕਦੇ। ਮਤਲਬ ਤੁਸੀਂ ਛੱਡ ਸਕਦੇ ਹੋ, ਸਰਦਾ ਸਾਰ ਲਓਗੇ, ਪਰ ਜਿਹੜੇ ਵਿਦਿਆਰਥੀ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਚੰਗੀ ਤਰ੍ਹਾਂ ਘੋਲ ਕੇ ਪੀ ਰਹੇ ਨੇ ਉਹਨਾਂ ਨੂੰ ਇੱਕ ਪਲੱਸ ਪੁਆਇੰਟ ਮਿਲ ਜਾਂਦਾ ਹੈਗਾ ਕਿ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚੋਂ ਕਾਫੀ ਕੁਐਸਚਨਸ ਰਿਪੀਟ ਹੁੰਦੇ ਨੇ। ਅਸੀਂ ਪਟਵਾਰੀ ਦਾ ਪ੍ਰੀਲਿਮਸ ਚੱਕ ਲੈਂਦੇ ਆ, ਪਟਵਾਰੀ ਦਾ ਮੇਨਸ ਚੱਕ ਲੈਂਦੇ ਆ, ਸਬ ਇੰਸਪੈਕਟਰ ਦੇ ਜਿਹੜੇ ਪੇਪਰ ਖੈਰ ਕੈਂਸਲ ਹੋ ਗਏ ਉਹ ਚੱਕ ਲੈਂਦੇ ਆ, ਐਕਸਾਈਜ਼ ਚੱਕ ਲੈਂਦੇ ਆ, ਕੁਆਂਟਸ ਦੇ ਸਵਾਲ ਮਤਲਬ ਜੇ 25 ਕੁਐਸਚਨ ਆ ਰਹੇ ਨੇ, 3 ਜਾਂ 4 ਕੁਐਸਚਨ ਸਾਨੂੰ ਹਰ ਪੇਪਰ 'ਚ ਮਿਲ ਰਹੇ ਨੇ ਜਿਹੜੇ ਪੁਰਾਣੇ ਪੇਪਰਾਂ 'ਚੋਂ ਚੱਕ ਕੇ ਪਾਏ ਹੋਏ ਨੇਗੇ। ਤਾਂ ਇਸ ਕਰਕੇ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਕਰਨਾ ਬਹੁਤ ਜ਼ਰੂਰੀ ਹੈ। ਚੌਥੀ ਚੀਜ਼ ਸਭ ਤੋਂ ਇੰਪੋਰਟੈਂਟ, ਟੈਸਟ ਸੀਰੀਜ਼। ਟੈਸਟ ਸੀਰੀਜ਼ ਖੈਰ ਮੈਂ ਕੱਲਾ ਟੈਸਟ ਸੀਰੀਜ਼ ਇੱਥੇ ਤੁਹਾਨੂੰ ਲਿਖ ਕੇ ਸਮਝਾਤਾ, ਪਰ ਟੈਸਟ ਸੀਰੀਜ਼ ਕਰਨੀ ਤੇ ਕਿਹੋ ਜਿਹੀ ਟੈਸਟ ਸੀਰੀਜ਼ ਹੋਵੇ ਕਿ ਉਹ ਕਰਨੀ ਬਹੁਤ ਜ਼ਰੂਰੀ ਆ। ਬੱਚੇ ਦੇਖੋ, ਵੈਸੇ ਆਪਾਂ ਜਿਹੜਾ ਪੈਟਰਨ ਵੀ ਡਿਸਕਸ ਕੀਤਾ ਪੇਪਰ ਦਾ ਕਿ ਸਾਡਾ ਉਹ ਜਿਹੜਾ 100 ਨੰਬਰ ਦਾ ਪੇਪਰ ਹੈ ਜਿਹਦੇ ਵਿੱਚ 25 ਦਾ ਕੁਆਂਟ ਹੈ, 25 ਦੀ ਰੀਜ਼ਨਿੰਗ ਹੈ, 20 ਦੀ ਇੰਗਲਿਸ਼ ਹੈ, 20 ਨੰਬਰ ਦੀ ਸਾਡੀ ਜੀਕੇ ਹੈ, 10 ਨੰਬਰ ਦਾ ਸਾਡਾ ਕੰਪਿਊਟਰ ਦਾ ਸੈਕਸ਼ਨ ਹੈਗਾ, ਤਾਂ ਉਹਦੇ ਵਿੱਚ ਕੀ ਆ, ਉਹ ਇੱਕ ਸਿੰਪਲ ਨਾਰਮਲ ਪੈਟਰਨ ਹੈ 100 ਨੰਬਰ ਦਾ ਜਿਹੜਾ ਪੰਜਾਬ ਦੇ ਆਮ ਪੇਪਰਾਂ ਦੇ ਵਿੱਚ ਹੁੰਦਾ ਹੈਗਾ। ਪਰ ਪਟਵਾਰੀ ਸਾਡਾ ਨਵਾਂ ਐਕਸਾਈਜ਼ ਸਾਡਾ ਨਵੇਂ ਪੈਟਰਨ ਤੇ ਆ ਗਿਆ, ਸਬ ਇੰਸਪੈਕਟਰ ਸਾਡਾ ਉਸ ਤੋਂ ਵੀ ਨਵੇਂ ਪੈਟਰਨ ਤੇ ਆ ਗਿਆ। ਤਾਂ ਇਹ ਅੱਜ ਕੱਲ ਜਿਹੜੀ ਵੇਰੀਏਸ਼ਨ ਚੱਲ ਰਹੀ ਹੈ ਕਿ ਹਰ ਐਗਜ਼ਾਮ ਆਪਣੇ ਇੱਕ ਨਵੇਂ ਪੈਟਰਨ ਦੇ ਉੱਤੇ ਪੈ ਰਿਹਾ ਹੈ। ਤਾਂ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿ ਜਿਹੜੇ ਐਗਜ਼ਾਮ ਤੇ ਸਾਡਾ ਫੋਕਸ ਹੈ, ਜਿਹੜੇ ਆਪਾਂ ਟਾਰਗੇਟ ਐਗਜ਼ਾਮ ਦੀ ਗੱਲ ਕਰਦੇ ਹਾਂ, PSPCL ਦੀ ਗੱਲ ਕਰਦੇ ਹਾਂ, ਤਾਂ PSPCL ਦੇ ਪੈਟਰਨ ਤੇ ਜਿਹੜੀ ਟੈਸਟ ਸੀਰੀਜ਼ ਬਣੀ ਹੋਈ ਹੈ ਉਸ ਪੈਟਰਨ ਤੇ ਟੈਸਟ ਸੀਰੀਜ਼ ਨੂੰ ਅਟੈਂਪਟ ਕਰਨਾ ਕਾਫੀ ਹੈਲਪ ਕਰਦਾ ਹੈ। ਮਤਲਬ ਵੈਸੇ ਪ੍ਰੈਕਟਿਸ ਦੇ ਲਈ ਤਾਂ ਸਾਨੂੰ ਜਿੱਥੋਂ ਮਰਜ਼ੀ ਜੋ ਮਰਜ਼ੀ ਕੁਐਸਚਨ ਮਿਲ ਜਾਣ ਅਸੀਂ ਕਰ ਸਕਦੇ ਆਂਗੇ, ਪਰ ਟੈਸਟ ਸੀਰੀਜ਼ ਜਿਹੜੀ ਐਗਜ਼ਾਮ ਦੇ ਪੈਟਰਨ ਦੇ ਉੱਤੇ ਬੇਸਡ ਹੈ, ਮਤਲਬ ਉਹਨੇ ਸਾਡਾ ਖਾਸਾ ਫਾਇਦਾ ਕਰਨਾ ਹੁੰਦਾ ਹੈ। ਅਸਲ 'ਚ ਅਸੀਂ ਪੇਪਰ 'ਚ ਜਾ ਕੇ ਜਦੋਂ ਦੇਖਣਾ ਹੈਗਾ, ਸਾਨੂੰ ਨਹੀਂ ਪਤਾ ਯਾਰ ਪੇਪਰ 'ਚ ਜਦੋਂ ਜਾ ਕੇ ਬੈਠਾਂਗੇ ਤਾਂ ਪਹਿਲਾ ਕੁਐਸਚਨ ਨੂੰ ਮਾਰੋ ਗੋਲੀ, ਪਹਿਲਾ ਜੀਕੇ ਸੈਕਸ਼ਨ ਆਊਗਾ ਕਿ ਮੈਥ ਆਊਗਾ ਕਿ ਇੰਗਲਿਸ਼ ਆਊਗਾ ਕਿ ਰੀਜ਼ਨਿੰਗ ਆਊਗਾ, ਸਾਨੂੰ ਪਹਿਲੀ ਗੱਲ ਇਹ ਨਹੀਂ ਪਤਾ। ਚਲੋ ਪਤਾ ਲੱਗ ਗਿਆ ਵੀ ਪਹਿਲੇ ਨੰਬਰ ਤੇ ਮੈਥ ਹੈ। ਹੁਣ ਮੈਥ ਦੇ ਵਿੱਚ ਪਹਿਲਾ ਕੁਐਸਚਨ ਹੋ ਸਕਦਾ ਸਾਡਾ ਮਿਕਸਚਰ ਐਲੀਗੇਸ਼ਨ ਦਾ ਹੋਵੇ, ਅਸੀਂ ਹਲੇ ਮਿਕਸਚਰ ਐਲੀਗੇਸ਼ਨ ਦਾ ਕੁਐਸਚਨ ਕਰਕੇ ਹਟਿਆ, ਦੂਜਾ ਕੰਪਾਊਂਡ ਇੰਟਰਸਟ ਦਾ ਆ ਗਿਆ ਦਿਮਾਗ 'ਚ, ਇੱਕਦਮ ਮਿਕਸਚਰ ਐਲੀਗੇਸ਼ਨ ਤੋਂ ਬਾਅਦ ਕੰਪਾਊਂਡ ਇੰਟਰਸਟ, ਹਲੇ ਕੰਪਾਊਂਡ ਦਾ ਕੁਐਸਚਨ ਕੀਤੇ ਸੀ, ਤੀਜਾ ਮੈਂਸੂਰੇਸ਼ਨ ਦਾ ਆ ਗਿਆ, ਚੌਥਾ ਏਜਿਸ ਦਾ ਆ ਗਿਆ। ਤਾਂ ਇਸ ਕਰਕੇ ਟੈਸਟ ਸੀਰੀਜ਼ ਨੂੰ ਅਟੈਂਪਟ ਕਰਨਾ, ਟੈਸਟ ਸੀਰੀਜ਼ ਨੂੰ ਲੈ ਕੇ ਪ੍ਰੈਕਟਿਸ ਕਰਨੀ ਇਸ ਕਰਕੇ ਵੀ ਜ਼ਰੂਰੀ ਹੁੰਦੀ ਆ ਕਿ ਪੇਪਰ ਦੇ ਵਿੱਚ ਸਾਡਾ ਜਿਹੜਾ ਐਟੀਟਿਊਡ ਰਹਿਣ ਵਾਲਾ ਹੈਗਾ, ਪੇਪਰ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਫੇਸ ਕਰਨੀਆਂ ਨੇ ਉਹ ਅਸੀਂ ਘਰੇ ਫੇਸ ਕਰਕੇ ਕੁਝ ਆਦਤ ਪਾ ਲਈਏ। ਤਾਂ ਇਸ ਕਰਕੇ ਪੇਪਰ 'ਚ ਕੁਝ ਨਵਾਂ ਜਾਂ ਨਹੀਂ ਹੋਊਗਾ, ਕੋਈ ਚੀਜ਼ ਹੈਰਾਨ ਨਹੀਂ ਕਰੂਗੀ ਸਾਨੂੰ। ਬਸ ਜਿਵੇਂ ਨਾਰਮਲ ਅਸੀਂ ਘਰੇ ਟੈਸਟ ਸੀਰੀਜ਼ ਦੀ ਪ੍ਰੈਕਟਿਸ ਕੀਤੀ ਉਹੋ ਜਿਹੇ ਫਿਰ ਪੇਪਰ ਆ ਗਿਆ ਸਾਡੇ ਸਾਹਮਣੇ, ਤਾਂ ਕਾਫੀ ਨਾਰਮਲ ਰਹਿੰਦਾ ਹੈਗਾ। ਨਾਰਮਲ ਰਹਿੰਦਾ ਤਾਂ ਕੋਈ ਔਖਾ ਸਵਾਲ ਆ ਜੇ, ਕੋਈ ਅਨਐਕਸਪੈਕਟਿਡ ਚੀਜ਼ ਪੁੱਛ ਲਈ ਜਾਵੇ ਤਾਂ ਅਸੀਂ ਪੈਨਿਕ ਨਹੀਂ ਹੁੰਦੇ ਹੈਗੇ।
ਤਾਂ ਪੇਪਰ ਜਿੰਨਾ ਕੂਲ ਮਾਈਂਡਡ ਅਸੀਂ ਦੇ ਕੇ ਆਉਂਦੇ ਹੈਗੇ ਉਨਾ ਹੀ ਸਾਡਾ ਅਟੈਂਪਟ ਚੰਗਾ ਹੁੰਦਾ, ਉਨਾ ਹੀ ਸਾਡੀ ਐਕੂਰੇਸੀ ਬਣੀ ਰਹਿੰਦੀ ਹੈਗੀ। ਤਾਂ ਇਸ ਕਰਕੇ ਪੇਪਰ ਅਸੀਂ ਨਾਰਮਲ ਰਹਿ ਕੇ ਦੇ ਲਈਏ ਤਾਂ ਉਸ ਤੋਂ ਪਹਿਲਾਂ ਉਸ ਪੈਟਰਨ ਦੇ ਉੱਤੇ ਟੈਸਟ ਸੀਰੀਜ਼ ਕਰਨੀ ਵੈਸੇ ਬਹੁਤ ਜ਼ਰੂਰੀ ਹੁੰਦੀ ਹੈ, ਮਤਲਬ ਬਹੁਤ ਹੈਲਪ ਕਰਦੀ ਹੈਗੀ। ਤਾਂ ਇਸ ਕਰਕੇ ਮੈਂ ਜਿੰਨੀ ਵੀ ਤੁਹਾਡੀ ਅੱਜ ਤੱਕ ਜਿੱਥੇ ਵੀ ਜੋ ਪੋਜੀਸ਼ਨ ਹੈਗੀ ਤੁਹਾਡੀ, ਖਾਸ ਕਰਕੇ ਕੁਆਂਟਸ ਦੇ ਵਿੱਚ, ਤੁਸੀਂ ਇੱਕ ਵਾਰ ਆਪਣੇ ਸਿਲੇਬਸ ਨੂੰ ਲੈ ਕੇ ਨਜ਼ਰ ਮਾਰੋ ਵੀ ਸਿਲੇਬਸ ਕੰਪਲੀਟ ਆ। ਸਿਲੇਬਸ ਦੇ ਵਿੱਚ ਜਿਹੜੇ ਟੌਪਿਕਸ ਨੇਗੇ, ਨੰਬਰ ਸਿਸਟਮ ਦੇ ਅਲੱਗ ਟੌਪਿਕਸ ਨੇ, LCM HCF ਆ ਗਿਆ, ਰਿਮਾਈਂਡਰਸ ਆ ਗਿਆ, ਯੂਨਿਟ ਡਿਜਿਟ ਆ ਗਿਆ, ਸਾਡਾ ਐਲਜੈਬਰਿਕ ਐਕਸਪ੍ਰੈਸ਼ਨਸ ਆ ਗਏ, ਰੈਸ਼ਨਲਾਈਜੇਸ਼ਨ ਆ ਗਈ। ਮੈਂ ਨੰਬਰ ਸਿਸਟਮ ਦੇ ਟੌਪਿਕਸ ਨੂੰ ਧਿਆਨ ਨਾਲ ਨਜ਼ਰ ਮਾਰੋ ਵੀ ਉਹ ਸਾਡੇ ਕਵਰ ਨੇਗੇ। ਕੁਆਂਟਸ ਦੇ ਚੈਪਟਰ ਜਿਹੜੇ ਆਪਾਂ ਲਿਖੇ ਸੀਗੇ ਪਰਸੈਂਟ ਰੇਸ਼ੀਓ ਤੋਂ ਲੈ ਕੇ ਕੱਲਾ ਚੈਪਟਰ ਹੈ ਜਿਹੜਾ ਸਾਡਾ ਕੀ ਉਹ ਸਾਡਾ ਕਵਰ ਹੈ। ਫਿਰ ਉਹ ਚੈਪਟਰਾਂ ਦੇ ਵਿੱਚ ਜੇ ਤੁਹਾਡੇ ਕੋਲ ਇੱਕ ਵਾਰ ਇਹ ਹੈ ਕਿ ਚੈਪਟਰ ਸਾਡੇ ਕਵਰ ਨੇ, ਚੈਪਟਰਾਂ ਦੇ ਵਿੱਚ ਟਾਈਪ ਵਾਈਜ਼ ਦੇਖ ਲਓ। ਕੰਪਾਊਂਡ ਇੰਟਰਸਟ ਦੇ ਵਿੱਚ ਦੇਖ ਲਓ ਕਿ ਕੀ ਸਾਡਾ ਡਿਫਰੈਂਸ ਬਿਟਵੀਨ ਸਿੰਪਲ ਐਂਡ ਕੰਪਾਊਂਡ ਕਵਰ ਹੋ ਚੁੱਕਿਆ ਹੈ। ਟਾਈਮ ਐਂਡ ਵਰਕ ਦੇ ਵਿੱਚ ਦੇਖ ਲਓ ਕਿ ਕੀ ਸਾਡਾ ਕੋਈ ਬੰਦਾ 7 ਦਿਨ ਬਾਅਦ ਕੰਮ ਛੱਡ ਕੇ ਜਾ ਰਿਹਾ, ਉਸ ਤੋਂ ਬਾਅਦ ਉਹ ਕੰਮ B ਕਰਦਾ, ਕੀ ਇਹ ਸਾਡਾ ਕਵਰ ਹੋ ਚੁੱਕਿਆ ਹੈ। ਟਾਈਮ ਸਪੀਡ ਡਿਸਟੈਂਸ ਦੇ ਵਿੱਚ ਦੇਖ ਲਓ ਕਿ ਕੀ ਸਾਡਾ ਐਵਰੇਜ ਸਪੀਡ ਜਾਂ ਰਿਲੇਟਿਵ ਸਪੀਡ ਸਾਡਾ ਕਵਰ ਹੋ ਚੁੱਕਿਆ ਹੈ। ਮੈਂਸੂਰੇਸ਼ਨ ਚ ਜਾ ਕੇ ਦੇਖ ਲਓ ਕਿ ਕੀ ਸਾਡਾ ਕੁਆਡਰੀਲੇਟਰਲ ਦੇ ਜਿਹੜੇ ਸਾਰੇ ਟੌਪਿਕਸ ਨੇ ਜਿਹਦੇ ਵਿੱਚ ਸਾਡਾ ਟ੍ਰੇਪੀਜ਼ੀਅਮ, ਪੈਰਲੋਗ੍ਰਾਮ, ਰੋਮਬਸ ਆ ਜਾਂਦਾ, ਕੀ ਸਾਡਾ ਕਵਰ ਹੋ ਚੁੱਕਿਆ ਹੈ। ਤਾਂ ਮਤਲਬ ਇੱਕ ਚੈਪਟਰ ਦੇ ਵਿੱਚ ਫਰਦਰ ਟਾਈਪਸ ਤੇ ਵੀ ਥੋੜੀ ਜਿਹੀ ਨਿਗਾਹ ਮਾਰ ਲਓ। ਜਦੋਂ ਐ ਟਾਈਪਸ ਤੇ ਨਿਗਾਹ ਮਾਰਾਂਗੇ ਉਦੋਂ ਸਾਡੀ ਥੋੜੀ ਜਿਹੀ ਜ਼ਿਆਦਾ ਘੋਖ ਪੜਤਾਲ ਜੀ ਤੋਂ ਬਾਅਦ ਥੋੜਾ ਆਈਡੀਆ ਜਾ ਹੋ ਜਾਂਦਾ, ਮੋਟੇ ਰੂਪ ਚ ਦਿਮਾਗ ਚ ਆ ਜਾਂਦੀਆਂ ਨੇ ਸਾਰੀਆਂ ਚੀਜ਼ਾਂ। ਇੱਕ ਤਾਂ ਹੁੰਦੀ ਹੈ ਰਿਵੀਜ਼ਨ ਕਰਨੀ, ਬੈਠ ਕੇ ਇਕੱਲਾ ਚੈਪਟਰ ਪੂਰੇ ਦਾ ਪੂਰਾ ਚੈਪਟਰ ਫਰੋਲ ਦੇਣਾ। ਇੱਕ ਹੁੰਦਾ ਕਿ ਵੈਸੇ ਨਜ਼ਰ ਜੀ ਮਾਰ ਕੇ ਚੀਜ਼ਾਂ ਨੂੰ ਨਿਗਾਹ ਚੋਂ ਕੱਢ ਕੇ ਦਿਮਾਗ ਜੇ ਦੇ ਵਿੱਚ ਲੈ ਆਉਣਾ ਕਿ ਹਾਂ ਆਹ ਕੁਝ ਪੜਿਆ ਹੋਇਆ ਹੈਗਾ ਆਪਾਂ, ਤਾਂ ਕੀ ਕੁਝ ਨਹੀਂ ਪੜਿਆ ਉਹਨੂੰ ਲੈ ਕੇ ਅਸੀਂ ਥੋੜਾ ਜਿਹਾ ਟਾਈਮ ਕੱਢ ਸਕਦੇ ਹਾਂ। ਉਹਨਾਂ ਇੱਕ ਸ਼ੈਡਿਊਲ ਬਣਾ ਸਕਦੇ ਹਾਂ ਕਿ ਭਾਈ ਫਲਾਣੀਆਂ ਚੀਜ਼ਾਂ ਤਾਂ ਰਹਿੰਦੀਆਂ ਨੇ ਸਾਡੀਆਂ, ਤਾਂ ਉਹਨਾਂ ਤੇ ਥੋੜਾ ਜਿਹਾ ਅਗਲੇ ਸਮੇਂ ਦੇ ਵਿੱਚ ਅਸੀਂ ਟਾਈਮ ਕੱਢ ਕੇ ਪ੍ਰੈਕਟਿਸ ਕਰ ਸਕਦੇ ਹਾਂ। ਜਦੋਂ ਸਾਡਾ ਸਿਲੇਬਸ ਹੋ ਗਿਆ, ਸਿਲੇਬਸ ਤੋਂ ਬਾਅਦ ਪ੍ਰੈਕਟਿਸ, ਮੈਂ ਕਿਹਾ ਯਾਰ ਜਿਹੜੀ ਮਰਜ਼ੀ ਕਿਤਾਬ ਚੱਕ ਲਓ, ਨੋਟਸ ਮਿਲਦੇ ਆ ਨੋਟਸ ਚੱਕ ਲਓ, ਕੁਐਸਚਨਰ ਮਿਲਦੇ ਆ ਚੈਪਟਰ ਵਾਈਜ਼ ਕੁਐਸਚਨਰ ਚੱਕ ਲਓ, ਪਰ ਚੰਗੀ ਤਰ੍ਹਾਂ ਪ੍ਰੈਕਟਿਸ ਕਰੋ। ਪ੍ਰੈਕਟਿਸ ਕਰਨ ਤੋਂ ਬਾਅਦ ਪ੍ਰੀਵੀਅਸ ਈਅਰ ਐਗਜ਼ਾਮ ਦਾ ਜੋ ਵੀ ਮਟੀਰੀਅਲ ਨੈਟ ਤੇ ਯਾਰ ਵਾਧੂ ਕੁਝ ਪਿਆਗਾ, ਤੁਸੀਂ ਡੇਲੀ ਵਾਲਾ ਪੈਕੇਜ ਪਵਾਈ ਜਾਂਦੇ ਹੁੰਦੇ ਹੋ, ਇਹਦੇ ਲਈ ਵਰਤ ਲਿਆ ਕਰੋ। ਨੈਟ ਤੇ ਵਾਧੂ ਕੁਝ ਮਿਲ ਜੂਗਾ ਤੁਹਾਨੂੰ, ਪ੍ਰੀਵੀਅਸ ਈਅਰ ਐਗਜ਼ਾਮਸ ਮਿਲ ਜਾਣਗੇ, ਹੋਰ ਬਹੁਤ ਕੁਝ ਮਿਲ ਜੂਗਾ, ਉਹਨਾਂ ਦੀ ਪ੍ਰੈਕਟਿਸ ਕਰੋ। ਮੈਂ ਪ੍ਰੀਵੀਅਸ ਈਅਰ ਐਗਜ਼ਾਮਸ ਐ ਨਹੀਂ ਹੈਗਾ ਕਿ ਜੋ ਮਰਜ਼ੀ ਜਿਹੋ ਜਿਹਾ ਮਰਜ਼ੀ ਮਿਲ ਜੇ। ਖਾਸ ਕਰਕੇ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਕਰਨਾ ਮੈਂ ਦੱਸਿਆ ਕਿਉਂ ਜ਼ਰੂਰੀ ਹੈ, ਕਿਉਂਕਿ ਕੁਐਸਚਨਸ ਰਿਪੀਟ ਹੁੰਦੇ ਨੇ। ਫਿਰ ਉਸ ਤੋਂ ਬਾਅਦ ਟੈਸਟ ਸੀਰੀਜ਼ ਜੇ ਕਿਸੇ ਬੱਚੇ ਨੂੰ ਮਿਲਦੀ ਹੈ, ਮਤਲਬ ਅੱਜ ਕੱਲ ਆਨਲਾਈਨ ਦੇ ਜ਼ਮਾਨੇ ਦੇ ਵਿੱਚ ਟੈਸਟ ਸੀਰੀਜ਼ ਆ ਜਾਂ ਹੋਰ ਸਾਰਾ ਕੁਝ ਬਹੁਤਾ ਮਹਿੰਗਾ ਮੂੰਗਾ ਕੁਝ ਨਹੀਂ ਹੈਗਾ, ਬਸ ਜਿੱਥੋਂ ਜੋ ਮਿਲਦਾ ਤੁਸੀਂ ਟੈਸਟ ਸੀਰੀਜ਼ ਲਓ ਜਿਹੜੀ ਐਗਜ਼ਾਮ ਦੇ ਪੈਟਰਨ ਦੇ ਉੱਤੇ ਬੇਸਡ ਬਣੀ ਹੋਈ ਹੈ, ਤਾਂ ਉਹਦੀ ਪ੍ਰੈਕਟਿਸ ਕਰੋ। ਮੈਂ ਪੇਪਰ ਦਾ ਪੈਟਰਨ ਜਦੋਂ ਦਿਮਾਗ ਦੇ ਵਿੱਚ ਫੈਮੀਲੀਅਰ ਹੋ ਗਿਆ ਤਾਂ ਮਤਲਬ ਜਿੱਦਾਂ ਅਸੀਂ ਪੇਪਰ ਦੇਣ ਜਾਵਾਂਗੇ ਉਦੋਂ ਸਾਨੂੰ ਬਹੁਤਾ ਮਤਲਬ ਘਬਰਾਉਣ ਦੀ ਲੋੜ ਨਹੀਂ ਪੈਣੀ। ਤਾਂ ਇਸ ਤਰ੍ਹਾਂ ਥੋੜਾ ਜਿਹਾ ਤਿਆਰ ਕਰਕੇ PSPCL ਦੇ ਵਿੱਚ ਕੁਆਂਟਸ ਸੈਕਸ਼ਨ ਤੇ ਅਸੀਂ ਥੋੜਾ ਜਿਹਾ ਮਸਲਾ ਇੰਪਰੂਵ ਕਰ ਸਕਦੇ ਹਾਂ ਆਪਣਾ। ਤਾਂ ਮੈਂ ਜੇ ਆਪਣੀ ਸਾਰੀ ਗੱਲਬਾਤ ਦਾ ਨਿਚੋੜ ਦੱਸਾਂ ਕਿ ਯਾਰ ਅੱਜ ਤੱਕ ਜਿਹੜੇ ਵਿਦਿਆਰਥੀਆਂ ਦੇ ਲਾਂਭੇ ਰਹੇ ਨੇ ਕਿ ਸਰ ਇਸ ਕਰਕੇ ਨਹੀਂ ਹੋਇਆ ਜਾਂ ਸਾਡੀ ਤਾਂ ਪਰਫਾਰਮੈਂਸ ਰਹਿ ਗਈ, ਇੰਨੀ ਤਿਆਰੀ ਕੀਤੀ ਸੀ ਉੱਥੇ ਜਲੂਸ ਨਿਕਲ ਗਿਆ, ਇਹ ਸਾਰੇ ਦਾ ਸਾਰਾ ਜਲੂਸ ਹੈ ਜਿਹੜਾ ਇਹ ਕਵਰ ਹੋ ਜਾਊਗਾ ਜੇ ਅਸੀਂ ਕੈਲਕੂਲੇਸ਼ਨ ਬਹੁਤ ਚੰਗੀ ਕਰ ਲਾਂਗੇ। ਤਾਂ ਪੱਲੇ ਬੰਨ ਕੇ ਰੱਖ ਲਓ, ਸਿਲੇਬਸ ਕੱਲ ਨੂੰ ਕਰ ਲਾਂਗੇ, ਅੱਜ ਕੈਲਕੂਲੇਸ਼ਨ ਚੰਗੀ ਹੋਣੀ ਚਾਹੀਦੀ ਹੈ ਸਾਡੀ। ਕੈਲਕੂਲੇਸ਼ਨ ਚੰਗੀ ਕਰੋ, ਸਿਲੇਬਸ ਕਵਰ ਕਰੋ। ਫਿਰ ਜਿਵੇਂ ਇੱਕ ਚੀਜ਼ ਤੁਹਾਨੂੰ ਪ੍ਰੈਕਟਿਸ ਕਰਨ ਨੂੰ ਕਿਹਾ, ਮੈਂ ਈਜ਼ੀਲੀ ਅਵੇਲੇਬਲ ਆ, ਤੁਸੀਂ ਇੱਥੇ ਵੀ ਸੰਪਰਕ ਕਰ ਸਕਦੇ ਹੋਗੇ, ਮੇਰੇ ਪਰਸਨਲ ਨੰਬਰ ਤੇ ਨਹੀਂ ਕਰਨਾ, ਇੰਸਟੀਚਿਊਟ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਅਦਰਵਾਈਜ਼ ਨੈਟ ਤੇ ਖਾਸਾ ਕੁਝ ਅਵੇਲੇਬਲ ਆ, ਟੈਸਟ ਸੀਰੀਜ਼ ਪਰਚੇਜ਼ ਕਰਨੇ ਟੈਸਟ ਸੀਰੀਜ਼ ਪਰਚੇਜ਼ ਕਰ ਸਕਦੇ ਹੋ, ਪਰ ਇੱਕ ਪੈਟਰਨ ਦੇ ਹਿਸਾਬ ਨਾਲ ਚੱਲ ਕੇ ਪ੍ਰੈਕਟਿਸ ਕਰੋ, ਗੈਪ ਨਾ ਪੈਣ ਦਿਓ। ਬਈ ਯਾਰ ਜਿੱਥੇ ਗੈਪ ਪੈ ਗਿਆ ਉੱਥੇ ਜਲੂਸ ਨਿਕਲ ਗਿਆ, ਗੈਪ ਨਹੀਂ ਪੈਣ ਦੇਣਾ, ਇਹ ਬਹੁਤ ਜ਼ਰੂਰੀ ਹੁੰਦਾ ਹੈਗਾ। ਤਾਂ ਆਪਦੀ ਤਿਆਰੀ ਜਿਵੇਂ ਚੱਲ ਰਹੀ ਹੈ ਅਗਲੇ 20 ਦਿਨ ਮਾੜਾ ਜਿਹਾ ਬਾਈ ਬਣ ਕੇ ਜੀ ਜਾਣ ਜੀ ਇੱਕ ਕਰ ਲਓ, ਮਤਲਬ 3 ਰਾਤ ਇੱਕ ਕਰਕੇ ਥੋੜੀ ਜਿਹੀ ਤਿਆਰੀ ਕਰ ਲਓ। ਮੈਂ ਬਹੁਤ ਸੌਖੇ ਤਰੀਕੇ ਨਾਲ ਸਾਡਾ ਪੇਪਰ ਹੱਲ ਹੋਣ ਵਾਲਾ ਹੈਗਾ। ਮੈਂ ਅੱਜ ਤੋਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਜਦੋਂ ਅਸੀਂ ਪਟਵਾਰੀ ਵਗੈਰਾ ਦੇ ਰਹੇ ਸੀ ਉਦੋਂ ਤਾਂ ਚਲੋ ਅਸੀਂ ਕਹਿ ਰਹੇ ਸੀਗੇ ਸਰ ਜ਼ਿੰਦਗੀ ਦਾ ਪਹਿਲਾ ਪੇਪਰ ਹੈ ਜੀ, ਅੱਜ ਤੱਕ ਪੇਪਰ ਹੀ ਨਹੀਂ ਦਿੱਤਾ, ਨਵਾਂ ਤਜਰਬਾ ਲੈ ਰਹੇ ਹਾਂ। ਤਾਂ ਹੁਣ ਤੱਕ ਤਾਂ ਉਮੀਦ ਹੈ ਜਿਹੜੇ ਵਿਦਿਆਰਥੀ ਫਰੈਸ਼ਰ ਨਹੀਂ ਹੈਗੇ ਜਿਨ੍ਹਾਂ ਨੇ PSPCL ਪਹਿਲਾ ਪੇਪਰ ਨਹੀਂ ਦੇਣਾ, ਉਮੀਦ ਹੈ ਯਾਰ ਤੁਸੀਂ 3-4 ਪੇਪਰਾਂ ਦਾ ਤਜਰਬਾ ਲੈ ਚੁੱਕੇ ਹੋ, ਉਸ ਤਜਰਬੇ ਨੂੰ ਇੱਥੇ ਲਾਗੂ ਕਰੋਗੇ। ਪਹਿਲੇ ਪੇਪਰ 'ਚ ਹੋ ਸਕਦਾ ਅਸੀਂ ਪੈਨਿਕ ਹੋ ਸਕਦੇ ਹਾਂ, ਦੂਜੇ ਪੇਪਰ 'ਚ ਅਸੀਂ ਨਰਵਸ ਰਹਿ ਸਕਦੇ ਹਾਂ, ਪਰ ਚੌਥੇ 5ਵੇਂ ਪੇਪਰ ਦੇ ਵਿੱਚ ਸਾਡਾ ਥੋੜਾ ਜਿਹਾ ਮੂਡ ਕਾਮ ਡਾਊਨ ਹੋਊਗਾ। ਅਸੀਂ ਥੋੜੇ ਜਿਹੇ ਫੈਮੀਲੀਅਰ ਹੋਇਆ ਕਿ ਹਾਂ ਪੇਪਰਾਂ ਦੇ ਵਿੱਚ ਆਹ ਐਟੀਟਿਊਡ ਰੱਖਣਾ ਹੁੰਦਾ, ਤਾਂ ਉਹ ਐਟੀਟਿਊਡ ਮੈਟਰ ਕਰਦਾ ਹੁੰਦਾ। ਜਿੰਨੇ ਕ ਅਸੀਂ ਪੋਜ਼ਿਟਿਵ ਹੋਵਾਂਗੇ, ਜਿੰਨੇ ਕ ਅਸੀਂ ਠਰਮੇ ਨਾਲ ਬਹਿ ਕੇ ਪੇਪਰ ਦੇਵਾਂਗੇ, ਓਨਾ ਸਾਡਾ ਪੇਪਰ ਚੰਗਾ ਹੁੰਦਾ। ਸਪੀਡ ਵੀ ਸਾਡੀ ਬਣੀ ਰਹਿੰਦੀ ਹੈ, ਐਕੂਰੇਸੀ ਵੀ ਬਣੀ ਰਹਿੰਦੀ ਹੈ। ਤਾਂ ਕੁਆਂਟਸ ਦੇ ਲਈ ਆਹੀ 3-4 ਚੀਜ਼ਾਂ ਇੰਪੋਰਟੈਂਟ ਨੇ, ਥੋੜਾ ਜਿਹਾ ਇਹਨਾਂ ਤੇ ਧਿਆਨ ਦਿਓ। ਮੈਂ ਹੋਰ ਜਿਹੋ ਜਿਹੀ ਹੈਲਪ ਚਾਹੀਦੀ ਹੈ, ਕਮੈਂਟ ਸੈਕਸ਼ਨ ਓਪਨ ਹੈ, ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਦੀਆਂ ਕੁਐਰੀਜ਼ ਪਾ ਸਕਦੇ ਹੋ, ਮੈਂ ਰਿਵਿਊ ਪਾ ਸਕਦੇ ਹੋ। ਜਾਂ ਸਿਲੇਬਸ ਨੂੰ ਲੈ ਕੇ ਜਿਹੜਾ ਡਾਊਟ ਹੈ, ਸਿਲੇਬਸ ਵੈਸੇ ਮੈਂ ਥੋਰਲੀ ਇੱਥੇ ਬੋਰਡ ਤੇ ਮਤਲਬ ਸਕਰੀਨ ਤੇ ਦੱਸ ਹੀ ਦਿੱਤਾ, ਸਿਲੇਬਸ ਇਹੀ ਰਹਿਣਾ ਸਾਡਾ। ਸਿਲੇਬਸ ਕਿਵੇਂ ਕਵਰ ਕਰਨਾ ਹੈ, ਹੋਰ ਜਿਹੜੀ ਜਾਣਕਾਰੀ ਚਾਹੀਦੀ ਤੁਸੀਂ ਕਮੈਂਟ ਸੈਕਸ਼ਨ 'ਚ ਕਰ ਸਕਦੇ ਹੋ। ਥੈਂਕ ਯੂ।